ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਬੈਠੇ ਨੇ ਸੰਜੀਵ ਯਸ਼ ਖੰਨਾ ਜੀ, ਔਰ ਅਸੀਂ ਤੁਹਾਡੇ ਨਾਲ ਇਸ ਗੱਲ ਤੇ ਵੀ ਹਾਰਦਿਕ ਵਧਾਈ ਦੇਵਾਂਗੇ ਕਿ ਅੱਜ ਦੀਵਾਲੀ ਦਾ ਸ਼ੁਭ ਤਿਉਹਾਰ ਹੈ। ਉਹਦੀਆਂ ਮੁਬਾਰਕਾਂ ਅਸੀਂ ਤੁਹਾਡੇ ਨਾਲ ਵੰਡਦੇ ਹਾਂ, ਸਾਂਝ ਪਾਉਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਸ ਵੱਡੇ ਤਿਉਹਾਰ ਵਿੱਚ ਤੁਸੀਂ ਖੁਸ਼ੀਆਂ ਮਨਾਓ, ਔਰ ਇਹ ਦੀਪਾਵਲੀ ਦਾ ਤਿਉਹਾਰ ਸਾਰੇ ਭਾਰਤ ਵਿੱਚ ਔਰ ਪੂਰੀ ਦੁਨੀਆ ਵਿੱਚ ਲੋਕ ਖੁਸ਼ੀ ਨਾਲ ਮਨਾਉਂਦੇ ਆ। ਔਰ ਇਹਦੇ ਪਿੱਛੇ ਬੜਾ ਵੱਡਾ ਇਤਿਹਾਸ ਵੀ ਹੈ ਕਿ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ 'ਚ ਇਸ ਦਿਨ ਆਏ ਸੀ, ਔਰ ਉੱਥੇ 14 ਸਾਲ ਦੇ ਬਨਵਾਸ ਤੋਂ ਬਾਅਦ ਲੋਕਾਂ ਨੇ ਦੀਪਮਾਲਾ ਕੀਤੀ, ਖੁਸ਼ੀਆਂ ਮਨਾਈਆਂ, ਅਤੇ ਉਹ ਪਰੰਪਰਾ ਅਜੇ ਵੀ ਸਾਡੇ ਨਾਲ ਚੱਲਦੀ ਆ ਰਹੀ ਹੈ। ਅਤੇ ਇਸੇ ਤਰ੍ਹਾਂ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਹੋ ਕੇ 52 ਰਾਜਿਆਂ ਨਾਲ ਵਾਪਸ ਅੰਮ੍ਰਿਤਸਰ ਪਹੁੰਚੇ ਸੀ। ਉਹਨਾਂ ਦੀ ਖੁਸ਼ੀ 'ਚ ਲੋਕਾਂ ਨੇ ਦੀਪਮਾਲਾ ਕੀਤੀ, ਔਰ ਉਹ ਦੀਪਮਾਲਾ ਨੂੰ ਅਜੇ ਵੀ ਲੋਕ ਇਸ ਮੌਕੇ 'ਤੇ ਯਾਦ ਰੱਖਦੇ ਨੇ, ਔਰ ਦੀਵਾਲੀ ਦੇ ਦਿਨ ਉਸੇ ਤਰ੍ਹਾਂ ਉਸ ਦਿਨ ਨੂੰ ਮਨਾਉਂਦੇ ਨੇ, ਖੁਸ਼ੀਆਂ ਨਾਲ ਮਨਾਉਂਦੇ ਨੇ। ਔਰ ਲੋਕਾਂ ਨਾਲ ਮਠਿਆਈਆਂ ਦੀ ਸਾਂਝ ਹੈ, ਔਰ ਵਿਚਾਰਾਂ ਦੀ ਸਾਂਝ ਹੈ, ਔਰ ਨਿੱਘ ਅਤੇ ਪਿਆਰ ਦੀ ਸਾਂਝ ਹੈ ਇਹ ਤਿਉਹਾਰ ਦੀ। ਔਰ ਤੁਸੀਂ ਜਿਹੜਾ ਵੀ ਘਰ ਵੇਖੋਗੇ ਸੱਜਿਆ ਸਵਾਰਿਆ ਘਰ ਹੈ, ਔਰ ਉਹਦੇ ਘਰ ਦੇ ਉੱਪਰ ਤੁਹਾਨੂੰ ਪੂਰੀਆਂ ਲਾਈਟਾਂ ਜਗਣਗੀਆਂ। ਇਹਨੂੰ ਤਦੇ ਦੀਵਿਆਂ ਦਾ ਤਿਉਹਾਰ ਕਹਿੰਦੇ ਨੇ, ਦੀਪਾਵਲੀ ਕਹਿੰਦੇ ਨੇ, ਅਤੇ ਤਦੇ ਕਹਿੰਦੇ ਨੇ ਕਿ ਦੀਵਾਲੀ ਅੰਮ੍ਰਿਤਸਰ ਦੀ, ਅਤੇ ਸਾਰੇ ਜੱਗ ਵਿੱਚ ਇਹ ਦੀਵਾਲੀ ਅੰਮ੍ਰਿਤਸਰ ਦੀ ਇਸੇ ਕਰਕੇ ਇਤਿਹਾਸ ਨਾਲ ਜੁੜੀ ਹੈ। ਅਤੇ ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਸੰਜੀਵ ਖੰਨਾ ਜੀ ਨੂੰ ਕਿ ਉਹ ਵਿਸ਼ਾ ਦੱਸੋ ਕਿ ਜਿਹੜਾ ਵਿਸ਼ੇ 'ਤੇ ਲੋਕ ਚਾਹੁੰਦੇ ਨੇ ਕਿ ਉਹ ਉਹਨਾਂ ਨੂੰ ਸਾਂਝ ਪਾਈ ਜਾਵੇ। ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ ਤੁਸੀਂ ਦੱਸ ਹੀ ਦਿੱਤਾ ਜੀ। ਅਤੇ ਮੈਂ ਦਰਸ਼ਕਾਂ ਨੂੰ ਦੱਸਾਂਗਾ ਕਿ ਦੀਵਾਲੀ ਦੇ ਮੌਕੇ 'ਤੇ ਬਲਕਾਰ ਜੀ ਸਾਡੇ ਸਾਰਿਆਂ ਵਾਸਤੇ ਮਿਠਾਈ ਲੈ ਕੇ ਆਏ ਨੇ। ਸਾਡਾ ਸਾਰਾ ਸਟਾਫ ਮਿਠਾਈ ਖਾ ਰਿਹਾ ਔਰ ਖੂਬ ਆਨੰਦ ਮਾਣ ਰਿਹਾ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਖਬਰਾਂ ਵੀ ਸ਼ੁਰੂ ਕਰੀਏ ਨਾ, ਉਹ ਮਿਠਾਈ ਵਰਗੀਆਂ ਮਿੱਠੀਆਂ ਹੀ ਹੋਣ, ਅਤੇ ਉੱਥੋਂ ਅਸੀਂ ਆਪਣੀ ਖਬਰ ਸ਼ੁਰੂ ਕਰਦੇ ਹਾਂ। ਪਹਿਲਾਂ ਆਪਾਂ ਚੱਲਦੇ ਹਾਂ ਇੰਗਲੈਂਡ। ਕਿਆ ਬਾਤ। ਰਿਸ਼ੀ ਸੁਨਕ ਜੀ ਦੀ ਗੱਲ ਕਰਦੇ ਹਾਂ ਜੀ ਕਿ ਮੁੜ ਤੋਂ ਉਹ ਸ਼ਾਮਿਲ ਹੋ ਗਏ ਨੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ, ਅਤੇ 100 ਤੋਂ ਵੱਧ ਜਿਹੜੇ ਉੱਥੇ ਮੈਂਬਰ ਨੇ, ਨੇਤਾ ਨੇ, ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਸਾਥ ਪ੍ਰਾਪਤ ਹੋ ਗਿਆ। ਅਸੀਂ ਫਿਰ ਤੋਂ ਇਹ ਗੱਲ ਕਰਨ ਲੱਗ ਪਏ ਹਾਂ ਕਿ ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਬਣਨ ਬ੍ਰਿਟੇਨ ਦੇ, ਸਾਨੂੰ ਖੁਸ਼ੀ ਹੋਏਗੀ, ਪਰ ਨਾਲ ਦੀ ਨਾਲ ਜਿਹੜੀਆਂ ਚੁਣੌਤੀਆਂ ਨੇ ਉਹ ਵੀ ਸਾਨੂੰ ਪਤਾ ਨੇ ਕਿ ਚੁਣੌਤੀਆਂ ਕੀ ਹੋ ਸਕਦੀਆਂ ਨੇ। ਅੱਗੇ ਆਪਾਂ ਚੱਲਦੇ ਹਾਂ ਜੀ। ਮਨੁੱਖੀ ਅਧਿਕਾਰ ਸੰਗਠਨ ਵੱਲੋਂ ਬੰਦੀ ਛੋੜ ਸੂਬਾ ਪੱਧਰੀ ਮਾਰਚ ਕੱਢਿਆ, ਅਤੇ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ। ਹੁਣ ਇਹ ਖਬਰ ਬਿਲਕਿਸ ਬਾਨੋ ਕੇਸ ਦੇ ਨਾਲ ਵੀ ਜੁੜਦੀ ਹੈ ਇਨਡਾਇਰੈਕਟਲੀ। ਬਿਲਕੁਲ ਕਿ ਉੱਥੇ 11 ਬੰਦੇ ਰਿਹਾਈ ਕਰ ਦਿੱਤੇ ਗਏ, ਤੇ ਇੱਥੇ ਬੰਦੀ ਸਿੰਘ ਹਜੇ ਵੀ ਜੇਲ੍ਹਾਂ 'ਚ ਨੇ। ਬਿਲਕੁਲ ਸਹੀ ਤੁਹਾਡੀ ਗੱਲ। ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਮੋਮਬੱਤੀ ਮਾਰਚ ਕੱਢਿਆ, ਔਰ ਅੰਮ੍ਰਿਤਸਰ ਦੇ ਸਾਰੀਆਂ ਗਲੀਆਂ ਮੁਹੱਲਿਆਂ 'ਚ ਘੁੰਮੇ, ਔਰ ਉਹ 'ਚ ਉਹਨਾਂ ਨੇ ਨਾਅਰੇ ਵੀ ਲਾਏ ਆ ਕਿ ਉਹਨਾਂ ਬੰਦੀਆਂ ਨੂੰ, ਜਿਹੜੇ ਬੰਦੀ ਬੈਠੇ ਨੇ ਸਾਡੇ ਰਿਹਾ ਨਹੀਂ ਹੋ ਰਹੇ, ਜਿਨ੍ਹਾਂ ਨੇ ਆਪਣੀ ਸਜ਼ਾ ਭੁਗਤ ਲਈ ਆ, ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾਂਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦੀਵਾਲੀ ਦਾ ਮੌਕਾ ਆ ਗਿਆ। ਪਿਛਲੀ ਵਾਰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹਾ ਸੀਗਾ, ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਸ਼੍ਰੋਮਣੀ ਕਮੇਟੀ ਦਲ ਦੇ ਸਾਰੇ ਮੈਂਬਰ, ਔਰ ਉਹਨਾਂ ਨੇ ਇਹ ਕਿਹਾ ਕਿ ਹੁਣ ਜੇ ਉਹਨਾਂ ਨੂੰ ਛੱਡਿਆ ਜਾਵੇ ਤਾਂ ਮੌਕਾ ਬਹੁਤ ਵੱਡਾ, ਜਦੋਂ ਕਿ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚੋਂ ਮੁਕਤ ਹੋ ਕੇ ਆ ਗਏ ਸੀ, ਜਿਸ 'ਚ ਪਠਾਨ ਸੀਗੀ, ਜਿਹੜੀ ਉਹ ਹਕੂਮਤ ਸੀਗੀ, ਮੁਗਲ ਹਕੂਮਤ ਨੇ ਉਹਨਾਂ ਨੂੰ ਕੈਦ ਕੀਤਾ ਸੀਗਾ। ਫਿਰ ਜਦੋਂ ਗੁਰੂ ਸਾਹਿਬ ਬਾਹਰ ਆਉਣਾ ਸੀਗਾ, ਉਹਨਾਂ ਕਿਹਾ ਕਿ ਨਾਲ ਦੇ ਮੇਰੇ ਦੂਜੇ ਕੈਦੀ ਇਹਨਾਂ ਨੂੰ ਨਾਲ ਭੇਜੋ। ਉਹ ਕਹਿੰਦੇ ਇਹ ਹੋ ਨਹੀਂ ਸਕਦਾ। ਉਹ ਕਹਿੰਦੇ ਫਿਰ ਨਹੀਂ ਹੋ ਸਕਦਾ ਤਾਂ ਮੈਂ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਊਂਗੀ, ਇਹਨਾਂ ਦੀ ਸਜ਼ਾ ਪੂਰੀ ਹੋ ਗਈ ਹੈ, ਮੈਂ ਜੇ ਬਾਹਰ ਆ ਰਿਹਾ ਤਾਂ। ਉਹ ਕਹਿੰਦੇ ਤੁਸੀਂ ਇੱਦਾਂ ਕਰੋ, ਜੇ ਕਰ ਸਕਦੇ ਤਾਂ ਆਪਣਾ ਚੋਲਾ ਬਣਾਓ ਇੱਕ, ਉਹਦੇ 'ਚ ਅੱਗੇ ਰੱਖੋ ਕਿ ਕਿੱਥੇ ਹੱਥ ਪਾਉਂਦੇ, ਉਹਨਾਂ ਨੂੰ ਤਾਂ ਪਤਾ ਨਹੀਂ। 52 ਕੈਦੀ। ਹਾਂ, ਉਹਨਾਂ ਨੇ ਆਪਣੇ ਚੋਲਾ ਬਣਾਇਆ, ਚੋਲੇ 'ਚ ਲੜੀਆਂ ਬਣਾ ਲਈਆਂ 52, ਉਹਨਾਂ ਦੇ ਹੱਥ ਪਵਾ ਲਏ ਉਹਨਾਂ ਨਾਲ। ਉਹਨਾਂ ਦਾ ਨਾਲ ਚੱਲਦੇ ਉਸ ਜੇਲ੍ਹ 'ਚੋਂ, ਜਿਹੜੀ ਗਵਾਲੀਅਰ ਦੀ ਜੇਲ੍ਹ ਆ, ਉਸ 'ਚੋਂ ਮੁਕਤੀ ਪ੍ਰਾਪਤ ਕਰਕੇ ਬਾਹਰ ਆ ਗਏ ਔਰ ਰਿਹਾ ਹੋ ਗਏ। ਫਿਰ ਗੁਰੂ ਸਾਹਿਬ ਅੰਮ੍ਰਿਤਸਰ ਆਏ, ਸਿੱਧੇ ਅੰਮ੍ਰਿਤਸਰ ਆਏ, ਲੋਕਾਂ ਨੇ ਦੀਪਮਾਲਾ ਕੀਤੀ, ਖੁਸ਼ੀਆਂ ਮਨਾਈਆਂ, ਅਤੇ ਉਹਦੋਂ ਬਾਅਦ ਇਹ ਦੀਵਾਲੀ ਨਾਲ ਜਿਹੜਾ ਇਹ ਬੰਦੀ ਛੋੜ ਦਿਵਸ ਮਨਾਇਆ ਜਾਂਦਾ। ਹੁਣ ਵੀ ਇਹ ਕੱਲ੍ਹ ਨੂੰ ਬਹੁਤ ਤਰੀਕੇ ਨਾਲ ਮਨਾਇਆ ਜਾਊਗਾ। ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਆ, ਦੀਪਮਾਲਾ ਹੁੰਦੀ ਆ। ਜਿਸ ਤਰ੍ਹਾਂ ਉਹ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ 'ਚ ਆਏ ਵਾਪਸ, ਲੋਕਾਂ ਨੇ ਖੁਸ਼ੀ ਮਨਾਈ ਔਰ ਦੀਪਮਾਲਾ ਕੀਤੀ। ਉਹ ਪਰੰਪਰਾ ਅੱਜ ਵੀ ਚੱਲ ਰਹੀ ਹੈ। ਇਸੇ ਤਰ੍ਹਾਂ ਸਿੱਖਾਂ 'ਚ ਵੀ ਹੈਗਾ ਕਿ 52 ਜਿਹੜੇ ਦੂਸਰੇ ਹਿੰਦੂ ਰਾਜੇ ਨੇ ਉਹਨਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ
ਲੋ ਬਲਕਾਰ ਜੀ, ਹੁਣ ਅਗਲਾ ਮਸਲਾ, ਹਾਂਜੀ ਕਿਉਂਕਿ ਹਾਂਜੀ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਡੇਰਾ ਸੱਚਾ ਸੌਦਾ ਦੇ ਜੋ ਮੁਖੀ ਨੇ ਰਾਮ ਰਹੀਮ, ਉਹਨਾਂ ਨੂੰ ਪੈਰੋਲ ਤੇ ਛੱਡਿਆ ਗਿਆ ਹੈ। ਹਾਂ ਤੀਜੀ ਵਾਰ ਪੈਰੋਲ ਤੇ ਆਏ ਨੇ ਔਰ ਅਕਸਰ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਜਦੋਂ ਵੀ ਇਲੈਕਸ਼ਨਸ ਦਾ ਮਾਹੌਲ ਹੁੰਦਾ ਹੈ ਉਦੋਂ ਇਹਨਾਂ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਤੇ ਇਹ ਆਨਲਾਈਨ ਵੀ ਸਤਸੰਗ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਇਹ ਵੀ ਸਾਡੇ ਕੋਲ ਖਬਰ ਪਹੁੰਚਦੀ ਹੈ ਕਿ ਵੋਟਿੰਗ ਵਾਸਤੇ ਵੀ ਕਿਤੇ ਨਾ ਕਿਤੇ ਸੰਦੇਸ਼ ਪਹੁੰਚਦਾ ਪਿਆ ਹੈ। ਭਾਵੇਂ ਇਹਨਾਂ ਦੇ ਜਿਹੜੇ ਪੈਰੋਕਾਰ ਨੇ ਉਹ ਪਹੁੰਚਾ ਰਹੇ ਨੇ, ਕਿਤੇ ਨਾ ਕਿਤੇ ਲੋਕਾਂ ਤੱਕ ਉਹਨਾਂ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਤੱਕ ਇਹ ਵੀ ਸੰਦੇਸ਼ ਪਹੁੰਚਦਾ ਪਿਆ। ਸੋ ਨਾਲ ਦੀ ਨਾਲ ਇੱਕ ਹੋਰ ਖਬਰ ਮਿਲ ਰਹੀ ਹੈ ਕਿ ਉਹ ਇੱਕ ਨਵਾਂ ਡੇਰਾ, ਇੱਕ ਡੇਰੇ ਦੀ ਨਵੀਂ ਬ੍ਰਾਂਚ ਖੋਲ੍ਹਣ ਦੀ ਵੀ ਵਿਉਂਤਬੰਦੀ ਹੋ ਰਹੀ ਹੈ, ਇਹ ਵੀ ਪਲੈਨਿੰਗ ਹੋ ਰਹੀ ਹੈ ਔਰ ਜਿਸ ਨੂੰ ਲੈ ਕੇ ਕਾਫੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਇਸ ਦੀ ਵਿਰੋਧਤਾ ਕਰ ਰਹੀਆਂ ਨੇ ਕਿ ਨਹੀਂ ਹੋਣਾ ਚਾਹੀਦਾ ਤੇ ਸਰਕਾਰਾਂ ਨੂੰ ਵੀ ਇਹ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਡੇਰਾ ਸੱਚਾ ਸੌਦਾ ਦੀਆਂ, ਇਹਦੇ ਉੱਤੇ ਨਜ਼ਰ ਰੱਖੀ ਜਾਵੇ ਔਰ ਇਹ ਕਾਰਵਾਈਆਂ ਕਿਉਂ ਹੋ ਰਹੀਆਂ ਨੇ ਇਹ ਸਾਰੀ ਛਾਨਬੀਨ ਕੀਤੀ ਜਾਵੇ। ਹਾਂ, ਇਹ ਡੇਰਾ ਮੁਖੀ ਜਦੋਂ ਵੀ ਪੈਰੋਲ ਤੇ ਆਉਂਦੇ ਬਾਹਰ ਔਰ ਇੱਕ ਸਤਸੰਗ ਤਾਂ ਕਰਦੇ ਹੀ ਹੈ, ਇਹ ਆਨਲਾਈਨ ਵੀਡੀਓ ਕਾਨਫਰੰਸ, ਉਹਦੇ 'ਚ ਜਿੰਨੇ ਵੀ ਇਹਨਾਂ ਦੇ ਫਾਲੋਅਰ ਆ ਉਹ ਇਹਨਾਂ ਨੂੰ ਫਾਲੋ ਕਰਦੇ ਆਉਂਦੇ ਆ, ਇਹਨਾਂ ਨਾਲ ਗੱਲਾਂ ਕਰਦੇ ਉੱਥੋਂ ਵੀਡੀਓ ਤੇ ਵੀ। ਔਰ ਇਹਦੇ ਵਿੱਚ ਹੁਣ ਜਿਹੜਾ ਨਵਾਂ ਮਸਲਾ ਖੜਾ ਹੋ ਗਿਆ, ਇਹਦੇ 'ਚ ਨਵਾਂ ਡੇਰਾ ਬਣਾਉਣ ਦੀ ਵਿਉਂਤ ਇਹਨਾਂ ਨੇ ਬਣਾ ਲਈ ਹੈ। ਔਰ ਜਦੋਂ ਕਿ ਡੇਰੇ ਪੰਜਾਬ 'ਚ ਬਹੁਤ ਜ਼ਿਆਦਾ ਆ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ, ਪਰ ਨਵਾਂ ਡੇਰਾ ਜਿਹੜਾ ਇਹਨਾਂ ਨੇ ਨਵਾਂ ਸ਼ੁਰੂ ਕਰ ਦਿੱਤਾ, ਉੱਥੋਂ ਦੇ ਵਸਨੀਕਾਂ ਨੇ ਕਹਿ ਤਾ ਕਿ ਅਸੀਂ ਇਹਦੇ 'ਚ ਹਮਾਇਤ ਕਰਾਂਗੇ, ਪੈਸਾ ਲਾਵਾਂਗੇ, ਸਾਰਾ ਕੁਝ ਕਰਾਂਗੇ। ਔਰ ਇਹਦੇ ਵਿੱਚ ਬਾਕੀ ਜਿਹੜੀਆਂ ਹੋਰ ਏਜੰਸੀਆਂ ਨੇ ਉਹਨਾਂ ਦੀ ਵਿਰੋਧਤਾ ਕੀਤੀ ਹੈ, ਜਿਹਦੇ 'ਚ ਹੋਰ ਵੀ ਜਿਹਦੇ 'ਚ ਆਪਣੇ ਧਾਮੀ ਸਾਹਿਬ ਨੇ, ਸ਼੍ਰੋਮਣੀ ਕਮੇਟੀ ਦੇ ਹੈੱਡ ਨੇ, ਉਹਨਾਂ ਨੇ ਕਹਿ ਤਾ ਕਿ ਗਲਤ ਗੱਲ ਕੀਤੀ ਹੈ, ਜਦੋਂ ਕਿ ਪੰਜਾਬ 'ਚ ਇਹਦੀ ਕੋਈ ਜ਼ਰੂਰਤ ਨਹੀਂ, ਇਸ ਦੇ ਵਿੱਚ ਇਹਨਾਂ ਦਾ ਡੇਰਾ ਅੱਗੇ ਚੱਲ ਰਿਹਾ ਹਿਸਾਰ ਦੇ ਵਿੱਚ। ਔਰ ਉਹਦੇ ਵਿੱਚ ਜੇ ਨਵਾਂ ਡੇਰਾ ਇਹਨਾਂ ਨੂੰ ਸ਼ੁਰੂ ਕਰ ਦਿੱਤਾ ਹੈ, ਆਪ ਤਾਂ ਇੱਥੇ ਹੈ ਨਹੀਂ ਗੇ, ਇਹਨਾਂ 'ਤੇ ਫਿਰ ਉਹਨੇ 40 ਦਿਨ ਤੋਂ ਬਾਅਦ ਵਾਪਸ ਚੱਲ ਜਾਣਾ, ਉਹਦੀ ਫਿਰ ਸਾਂਭ ਸੰਭਾਲ ਕੌਣ ਕਰੂਗਾ। ਐਕਚੁਅਲੀ ਪਹਿਲੇ ਡੇਰੇ 'ਚ ਇਹਨਾਂ ਦੇ ਜਿਹੜੀ ਇਹਨਾਂ ਦੀ ਤਲਾਸ਼ੀ ਲਈ ਗਈ, ਇਹਦੇ ਵਿੱਚ ਉਹਨਾਂ ਨੇ ਪੁਲਿਸ ਨੇ ਐਂਟਰੀ ਕੀਤੀ ਆ, ਉਹਦੇ 'ਚੋਂ ਬੜਾ ਹੋਰ ਤਰ੍ਹਾਂ ਦਾ ਸਮਾਨ ਮਿਲਿਆ, ਜਿਹੜਾ ਸਮਾਨ ਜਿਹੜਾ ਉਹਨਾਂ ਦੇ ਵਰਤਣਯੋਗ ਨਹੀਂ ਸੀ ਆਮ ਲੋਕਾਂ ਦੇ, ਔਰ ਬਹੁਤ ਕੁਝ ਇਹਨਾਂ ਨੇ ਡਾਕੂਮੈਂਟਸ ਵੀ ਫੜੇ ਆ, ਬੜਾ ਕੁਝ ਕੀਤਾ ਗਿਆ। ਉਹ ਅਜੇ ਵਿਚਾਰ ਅਧੀਨ ਆ, ਸਾਰਾ ਕੁਝ ਦੇਖ ਰਹੇ ਆ, ਜਦੋਂ ਕਿ ਇਹਨਾਂ 'ਤੇ ਧਾਰਾ ਲਾ ਕੇ ਇਹਨਾਂ ਨੂੰ ਉਮਰ ਕੈਦ ਦੇ ਦਿੱਤੀ ਗਈ ਆ ਔਰ ਕਈ ਰੇਪ ਕੇਸ ਹੋਈ ਇਹਨਾਂ 'ਤੇ। ਔਰ ਇਸ ਗੱਲ ਨੂੰ ਜਿਹੜੀ ਉਹ ਲੋਕਾਂ ਨੇ ਨਹੀਂ ਸਮਝਿਆ, ਲੋਕਾਂ ਨੇ ਨਵੇਂ ਡੇਰੇ ਦੀ ਹਮਾਇਤ ਕਰ ਦਿੱਤੀ ਆ ਕਿ ਨਵਾਂ ਡੇਰਾ ਜਿਹੜਾ ਉਹ ਫਿਰ ਦੁਬਾਰਾ ਸ਼ੁਰੂ ਕੀਤਾ ਜਾਵੇ। ਜਦੋਂ ਫਾਲੋਅਰ, ਜਦੋਂ ਚੇਲੇ, ਜਦੋਂ ਇਹਨਾਂ ਦੇ ਸ਼ਾਗਿਰਦ ਜਿਹੜੇ ਕਹਿ ਰਹੇ ਆ ਕਿ ਨਵਾਂ ਡੇਰਾ ਬਣਨਾ ਚਾਹੀਦਾ, ਪਰ ਇਹਦੀ ਆਲੋਚਨਾ ਇਸ ਵੇਲੇ ਰੱਜ ਕੇ ਹੋਈ ਹੈ ਸਾਰੇ ਪਾਸੇ। ਇਹਦੇ ਵਿੱਚ ਇੱਕ ਹੋਰ ਵੀ ਆਏ ਨੇ ਧਰਮ ਦੇ ਆਗੂ, ਅੰਮ੍ਰਿਤਪਾਲ ਜੀ, ਉਹਨਾਂ ਦਾ ਵੀ ਨਾਂ ਰਿਹਾ, ਜਿਹੜੇ ਵਾਰਿਸ ਪੰਜਾਬ ਆਪਣੇ ਆਪ ਨੂੰ ਕਹਿੰਦੇ ਨੇ, ਉਹਨਾਂ ਦੇ ਵਿੱਚ ਵੀ ਆ। ਹਾਲਾਂਕਿ ਅਜੇ ਤੱਕ ਉਹਨਾਂ ਦਾ ਬਹੁਤੇ ਪੰਜਾਬ 'ਚ ਇਸ ਤਰ੍ਹਾਂ ਦਾ ਬਹੁਤ ਵੱਡਾ ਹੰਗਾਰਾ ਨਹੀਂ ਗਿਆ ਮਿਲਿਆ ਉਹਨਾਂ ਨੂੰ, ਪਰ ਉਹਨਾਂ ਨੇ ਲਾਮਬੰਦ ਕੀਤਾ ਆਪਣੇ ਆਪ ਨੂੰ। ਉਹਨਾਂ ਨੇ ਵੀ ਇਸ ਦੀ ਵਿਰੋਧਤਾ ਕੀਤੀ ਹੈ ਕਿ ਇਹ ਕੰਮ ਜਿਹੜਾ ਗਲਤ ਕੀਤਾ ਉਹਨਾਂ ਨੇ, ਤਾਂ ਕਿ ਬਾਕੀ ਲੋਕ ਜਿਹੜੇ ਅੱਗੇ ਵੀ ਸ਼ਾਂਤੀਪੂਰਵਕ ਨਹੀਂ ਰਹਿ ਰਹੇ ਉਸ ਇਲਾਕੇ 'ਚ, ਉੱਥੇ ਰੌਲਾ ਰਿਹਾ ਬਹੁਤ ਜ਼ਿਆਦਾ, ਪਰ ਹੁਣ ਦੁਬਾਰਾ ਨਵੇਂ ਸਿਰੇ ਤੋਂ ਇਸ ਡੇਰੇ ਦਾ ਨਵੀਂ ਵਿਉਂਤਬੰਦੀ ਕਰਕੇ ਫਿਰ ਕਿਉਂ ਸਿਰਜਣਾ ਕਰ ਰਹੇ। ਹਾਂਜੀ, ਹੁਣ ਜਿਸ ਤਰ੍ਹਾਂ ਤੁਸੀਂ ਵਾਰਿਸ ਪੰਜਾਬ ਦੀ ਗੱਲ ਕੀਤੀ ਹੈ, ਹੁਣ ਉਹ ਧਿਰ ਵੀ ਅੱਗੇ ਆਉਣ ਦੀ ਕੋਸ਼ਿਸ਼ ਕਰਦੀ ਪਈ ਹੈ ਤੇ ਹੁਣ ਉਹਨਾਂ ਨੇ ਰਾਜਾ ਵੜਿੰਗ ਜੋ ਕਾਂਗਰਸ ਦੇ ਪੰਜਾਬ ਦੇ ਸੂਬਾ ਪ੍ਰਧਾਨ ਨੇ, ਉਹਨਾਂ ਨੂੰ ਨੋਟਿਸ ਭੇਜਿਆ ਕਿ ਤੁਸੀਂ ਸਾਡੀ ਵਾਰਿਸ ਪੰਜਾਬ ਦੀ ਗਤੀਵਿਧੀਆਂ ਬਾਰੇ ਗੱਲ ਕੀਤੀ ਹੈ ਸਰਕਾਰਾਂ ਨੂੰ, ਤੁਸੀਂ ਸਾਡੇ ਉੱਤੇ ਨਜ਼ਰਸਾਨੀ ਕਰਨ ਦੀ ਗੱਲ ਕੀਤੀ ਹੈ, ਉਹਨਾਂ ਨੂੰ ਨੋਟਿਸ ਭੇਜਿਆ ਹੈ ਔਰ ਇਸ ਗੱਲ ਨੂੰ ਸੀਰੀਅਸਲੀ ਲਿੱਤਾ ਉਹਨਾਂ ਨੇ। ਹੁਣ ਗੱਲ ਇਹ ਹੈ ਕਿ ਇਹ ਸਾਰੇ ਜੋ ਕਾਰੋਬਾਰ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਨੇ ਮੁੜ ਤੋਂ, ਇਹ ਪੰਜਾਬ ਦਾ ਵਾਤਾਵਰਣ ਥੋੜਾ ਜਿਹਨੂੰ ਕਹਿੰਦੇ ਆ ਕਿ ਸੈਂਸਿਟਿਵ ਲੱਗਦਾ ਪਿਆ, ਅਸ਼ਾਂਤ ਹੋਏਗਾ ਇਹਦੇ ਨਾਲ, ਲੱਗਦਾ ਪਿਆ ਸਭ ਨੂੰ। ਔਰ ਇੱਧਰ ਡੇਰਾ ਸੱਚਾ ਸੌਦਾ ਦੀ ਗੱਲ ਨੂੰ ਲੈ ਕੇ ਵੀ ਖੈਰ ਉਹ ਤਾਂ ਸਿਰਸਾ ਹੋ ਗਿਆ, ਗੱਲ ਅਲੱਗ ਚਲੀ ਗਈ, ਪਰ ਉਹ ਵੀ ਸਾਡੇ ਭਾਰਤ ਦਾ ਹੀ ਹਿੱਸਾ, ਉੱਥੇ ਵੀ ਵੱਖਰੀਆਂ ਗੱਲਾਂ ਹੁੰਦੀਆਂ ਪਈਆਂ ਕਿਉਂਕਿ ਧਾਮੀ ਸਾਹਿਬ ਪੰਜਾਬ ਦੀ ਧਰਤੀ ਤੋਂ ਇਹ ਸਟੇਟਮੈਂਟ ਦਿੰਦੇ ਪਏ ਨੇ ਕਿ ਇਹ ਸਾਰਾ ਕੁਝ ਇੱਕ ਪਿਛੋਕੜ ਕੀ ਹੈ, ਦੇਖਿਆ ਜਾਵੇ ਕਿ ਇਹ ਕਿਉਂ ਨਵਾਂ ਬ੍ਰਾਂਚ ਖੋਲ੍ਹਣਾ ਚਾਹੁੰਦੇ ਨੇ, ਇਹਦੇ ਉੱਤੇ ਗੱਲਬਾਤ ਹੋ ਰਹੀ ਹੈ। ਨਾਲ ਗੱਲ ਹੋ ਰਹੀ ਹੈ ਕਿ ਇਹ ਦੁਬਈ ਸੀਗੇ ਪਹਿਲਾਂ, ਬਿਜ਼ਨਸਮੈਨ ਸੀਗੇ, ਅੰਮ੍ਰਿਤਪਾਲ ਸਿੰਘ ਜੀ, ਟਰਾਂਸਪੋਰਟ ਦਾ ਕੰਮ ਸੀ, ਹੁਣ ਉੱਥੋਂ ਪੰਜਾਬ ਆਉਂਦੇ ਨੇ ਔਰ ਇਹ ਕੀ ਇਹਨਾਂ ਦੀ ਕੰਟਰੀਬਿਊਸ਼ਨ ਹੈ, ਕੀ ਇਹਨਾਂ ਦੀ ਕਾਰਗੁਜ਼ਾਰੀ ਹੈ, ਇਹ ਜਿਹੜੀ ਵਾਰਿਸ ਪੰਜਾਬ ਦੀ ਸੰਸਥਾ ਹੈ, ਇਹਦਾ ਭਵਿੱਖ ਕੀ ਹੈ, ਕੀ ਇਹਨਾਂ ਦੀਆਂ ਪਲੈਨਿੰਗਸ ਨੇ, ਏਜੰਡਾ ਕੀ ਹੈ, ਕਰਨਾ ਕੀ ਚਾਹੁੰਦੇ ਨੇ। ਮਤਲਬ ਇਹ ਸਭ ਪੰਜਾਬ ਦੇ ਮਾਹੌਲ ਨੂੰ ਸਾਹਮਣੇ ਰੱਖਦੇ ਹੋਏ ਇਹ ਸਭ ਚੀਜ਼ਾਂ ਦੇਖੀਆਂ ਜਾਣ, ਕਿਉਂਕਿ ਰਾਜਾ ਵੜਿੰਗ ਜੀ ਨੂੰ ਇੱਕ ਨੋਟਿਸ ਭੇਜਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਇਹ ਸੰਸਥਾ ਆਪਣੀ ਹੋਂਦ ਨੂੰ, ਇੱਕ ਪਹਿਚਾਨ ਨੂੰ ਲੋਕਾਂ ਦੇ ਵਿੱਚ ਸਵੀਕਾਰ ਕਰਨ ਦੀ, ਐਕਸੈਪਟ ਕਰਵਾਉਣ ਦੀ ਕੋਸ਼ਿਸ਼ ਵਿੱਚ ਹੈ ਕਿ ਲੋਕੀ ਸਾਨੂੰ ਐਕਸੈਪਟ ਕਰਨ, ਸਾਡੀ ਹੋਂਦ ਇੱਕ ਸਮਾਜ ਦੇ ਵਿੱਚ ਬਣੇ ਕਿ ਅਸੀਂ ਇਹ ਹੈਸੀਅਤ ਰੱਖਦੇ ਹਾਂ ਕਿ ਅਸੀਂ ਇੱਕ ਵਿਧਾਇਕ ਨੂੰ, MLA ਨੂੰ ਅਸੀਂ ਨੋਟਿਸ ਭੇਜ ਸਕਦੇ ਹਾਂ।
ਵੈਸੇ ਜੋ ਸਿੱਖ ਧਰਮ 'ਚ ਵਰਜਿਤ ਸੀ ਨਾ, ਜਦੋਂ ਪਹਿਲੋਂ ਕਿਹਾ ਗਿਆ ਕਿ ਦੇਹਧਾਰੀ ਗੁਰੂ ਦੀ ਜਿਹੜੀ ਉਪਾਸਨਾ ਕਰਨੀ ਉਹ ਬਿਲਕੁਲ ਗੈਰ ਵਾਜਬ ਨਹੀਂ ਰਹੂਗੀ। ਔਰ ਇਹ 'ਚ 10ਵੇਂ ਪਾਤਸ਼ਾਹ ਦਾ ਉਪਦੇਸ਼ ਸੀਗਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦਿੱਤਾ ਗਿਆ ਔਰ ਉਹਦੇ ਵਿੱਚ ਉਹਨਾਂ ਨੇ ਉਹਦੀ ਪੂਜਾ ਪਾਠ ਵੱਲੋਂ ਸਤਿਕਾਰ ਦੇ ਤੌਰ 'ਤੇ ਉਪਾਸਨਾ ਕਰਨ ਦਾ ਇਹ ਜਿਹੜਾ ਉਹਨਾਂ ਨੇ ਦਰਜਾ ਦਿੱਤਾ, ਉਹ ਗੁਰੂ ਮਾਨਿਓ ਗ੍ਰੰਥ ਦਾ ਰੁਤਬਾ ਦਿੱਤਾ। ਔਰ ਇਹਦੇ ਤੋਂ ਬਾਅਦ ਫਿਰ ਹੁਣ ਡੇਰਾਵਾਦ ਪ੍ਰਚਲਿਤ ਹੋ ਗਿਆ। ਜਿਸ ਗੱਲ ਤੋਂ ਵਰਜਿਆ ਸੀਗਾ, ਜਿਸ ਗੱਲ ਤੋਂ ਉਹਨਾਂ ਨੇ ਕਿਹਾ ਸੀਗਾ, ਸੱਚਾ ਸੌਦਾ ਵੀ ਉਹ ਵੀ ਉਸੇ ਤਰ੍ਹਾਂ ਦਾ ਹੀ ਡੇਰਾ ਹੈਗਾ। ਔਰ ਪੰਜਾਬ 'ਚ ਜਿੰਨੇ ਕੁ ਪਿੰਡ ਨੇ, ਸਾਰੇ ਪਿੰਡਾਂ ਦੇ ਵਿੱਚ ਇਰਦ ਗਿਰਦ ਇੱਕ ਅੱਧਾ ਡੇਰਾ ਹੈਗਾ ਔਰ ਉਹਦੇ ਵਿੱਚ ਸਾਰੇ ਉਹ ਡੇਰਾਵਾਦ ਜਿਹੜਾ ਉਹਦੇ 'ਚ ਲੋਕ ਉਪਾਸਨਾ ਕਰ ਰਹੇ ਆ। ਹੁਣ ਜਿਹੜੇ ਪੰਜਾਬ ਦੇ ਵਾਰਸ ਆਏ ਆ, ਜਿਨ੍ਹਾਂ ਨੇ ਕਹਿ ਤਾ ਕਿ ਫਿਰ ਦੁਬਾਰਾ ਇੱਦਾਂ ਦੇ ਸ਼ੁਰੂ ਕਰਾਂਗੇ ਅਸੀਂ ਨਾਲ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ, ਉਹ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹਦੇ 'ਚ ਤੇ ਲੋਕਾਂ ਦੀ ਆਲੋਚਨਾ ਹੁੰਦੀ ਆ। ਜਿਹੜੇ ਸੂਝਵਾਨ ਲੋਕ ਆ ਉਹ ਇਸ ਗੱਲ 'ਤੇ ਪੂਰੀ ਤਰ੍ਹਾਂ ਉਤਰਦੇ ਨੇ, ਉਹ ਸਮਝਦੇ ਆ ਕਿ ਫਿਰ ਦੁਬਾਰਾ ਪੰਜਾਬ 'ਚ ਸ਼ਾਂਤੀ ਫੈਲ ਜੂਗੀ। ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਡੇਰੇ ਆਏ ਆ, ਕਈ ਤਰ੍ਹਾਂ ਦੀਆਂ ਲੜਾਈਆਂ ਹੋਈਆਂ, ਕਈ ਤਰ੍ਹਾਂ ਦੇ ਲੋਕਾਂ ਨੂੰ ਨੁਕਸਾਨ ਪਹੁੰਚਿਆ ਔਰ ਉਹ ਲੋਕ ਅਜੇ ਜੇਲ੍ਹਾਂ 'ਚ ਅੰਦਰ ਨੇ, ਫੜੇ ਨੇ, ਜਿਹਦੇ 'ਚ ਸੱਚਾ ਸੌਦਾ ਦੇ ਰਾਮ ਰਹੀਮ, ਗੁਰਮੀਤ ਰਾਮ ਰਹੀਮ ਜੀ ਅੰਦਰ ਨੇ, ਹੁਣ ਆਏ ਬਾਹਰ ਔਰ ਉਹਨਾਂ ਨੇ ਨਵਾਂ ਸ਼ੋਸ਼ਾ ਅੱਗੇ ਸ਼ੁਰੂ ਕਰ ਦਿੱਤਾ ਕਿ ਡੇਰਾ ਹੋਰ ਸ਼ੁਰੂ ਕਰ ਦਾਂਗੇ। ਔਰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹਦੀ ਹਮਾਇਤ ਕਰਨ ਵਾਲੇ ਲੋਕ ਕਿੱਧਰੋਂ ਆ ਜਾਂਦੇ ਆ, ਜਦੋਂ ਕਿ ਲੋਕਾਂ ਨੂੰ ਖਾਸ ਤੌਰ 'ਤੇ ਪਤਾ, ਜੇ ਪੜ੍ਹੇ ਲਿਖੇ ਲੋਕ ਨੇ, ਇਹਨਾਂ ਨੂੰ ਪਤਾ ਹੈ ਕਿ ਇਹਨਾਂ 'ਤੇ ਕੀ ਦੋਸ਼ ਲੱਗੇ ਆ, ਇਹਨਾਂ 'ਤੇ ਕੀ ਮਾਣਹਾਨੀ ਦਾ ਦੋਸ਼ ਸਰਕਾਰ ਵੱਲੋਂ ਜਾਂ ਜਿਹੜੀਆਂ ਸਾਡੀਆਂ ਨਿਆਂਪਾਲਕਾਂ ਨੇ ਉਹਨਾਂ ਨੂੰ ਲੱਗਿਆ ਔਰ ਇਹਨਾਂ ਨੇ ਕੋਰਟ ਨੂੰ ਕਿਸ ਤਰੀਕੇ ਨਾਲ ਵੇਖਿਆ। ਹੁਣ ਉਹਨਾਂ ਦਾ ਕਰਕੇ ਇਹਨਾਂ 'ਤੇ ਸਾਰਿਆਂ 'ਚ ਉਮਰ ਕੈਦ ਦੀਆਂ ਸਜ਼ਾ, ਇਹਨਾਂ 'ਤੇ ਰੇਪ ਦੀਆਂ ਸਜ਼ਾ, ਇਹਨਾਂ ਦੇ ਕਈ ਤਰ੍ਹਾਂ ਦੀਆਂ ਸਜ਼ਾ ਲੱਗੀਆਂ। ਉਹ ਕਾਹਦਾ ਦਿਲ ਲੋਕਾਂ ਨੂੰ ਉਪਾਸਨਾ ਕਰੂਗਾ, ਕਾਹਦੇ ਉਪਦੇਸ਼ ਦੇਊਗਾ ਜਿਹਨਾਂ 'ਤੇ ਆਪਣੇ ਦੋਸ਼ ਮੜੇ ਗਏ। ਔਰ ਇਹਦੇ ਲਈ ਗਲਤ ਗੱਲ ਹੈਗਾ ਕਿ ਜੇ ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਨਹੀਂ ਪੜ੍ਹਾਂਗੇ ਜਾਂ ਅਸੀਂ ਉਹਨਾਂ ਦੀ ਬਾਣੀ ਦੀ ਸਮੀਖਿਆ ਤਰੀਕੇ ਨਾਲ ਨਹੀਂ ਕਰਾਂਗੇ ਔਰ ਉਹਦੇ 'ਚ ਜੇ ਅਸੀਂ ਇਹਨਾਂ ਦੇ ਪਿੱਛੇ ਲੱਗਾਂਗੇ ਤਾਂ ਫਿਰ ਅਸੀਂ ਉਸ ਧੁੰਦ ਜੰਗਲ ਵਿੱਚ ਜਾ ਪਾਵਾਂਗੇ। ਉਹਦੇ 'ਚ ਇਹ ਨਹੀਂ ਗਾ ਕਿ ਜਿਹਦੇ 'ਚ ਭਾਈ ਗੁਰਦਾਸ ਨੇ ਲਿਖਿਆ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਤਾਰੇ ਛਿਪੇ ਅੰਧੋਰ ਪੁਲੋਇਆ। ਉਹਨਾਂ ਨੇ ਇਹ ਕਿਹਾ, ਤਾਰੇ ਛਿਪੇ ਦਾ ਮਤਲਬ ਉਦੋਂ ਸੀਗਾ ਕਿ ਉਦੋਂ ਧੂੜ ਦੇ ਬੱਦਲ ਸੀਗੇ, ਉਦੋਂ ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਸੀ ਆਉਂਦਾ, ਸਾਰੇ ਪਾਸੇ ਝੂਠ ਦਾ ਪਸਾਰਾ ਹੋ ਗਿਆ ਸੀ, ਝੂਠ ਦਾ ਬੋਲਬਾਲਾ ਹੋ ਗਿਆ ਸੀਗਾ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਦੀ ਸਿਰਜਣਾ ਕੀਤੀ ਔਰ 10 ਗੁਰੂਆਂ ਨੇ ਬਾਣੀ ਦਾ ਉਚਾਰ ਕੀਤਾ ਔਰ ਬਾਣੀ ਉਹੀ ਸੰਕਲਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਾਸਨਾ ਦਾ ਰੂਪ ਬਣ ਗਈ। ਔਰ ਇਹਦੇ ਲਈ ਇਸ ਪਾਸੇ ਜੇ ਲੋਕ ਫਿਰ ਇੱਧਰੋਂ ਉੱਧਰੋਂ ਹੋਣਗੇ ਤਾਂ ਫਿਰ ਅਸ਼ਾਂਤੀ ਫੈਲੇਗੀ। ਉਹ ਤਾਂ ਅੱਗੇ ਆਪਾਂ ਦੇਖ ਲਿਆ, ਅਸੀਂ ਨਹੀਂ ਦੇਖਿਆ ਜਾਂ ਸਾਡੇ ਚੈਨਲ ਨੇ ਨਹੀਂ ਦੇਖਿਆ, ਸਾਰੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਪੰਜਾਬ 'ਚ ਕੀ ਕੁਛ ਹੋਇਆ ਔਰ ਕੀ ਕੁਛ ਹੋ ਰਿਹਾ। ਔਰ ਜੇ ਫਿਰ ਇਸੇ ਤਰ੍ਹਾਂ ਦੀਆਂ ਰਹਿਵਾਗਾਂ ਰਹੀਆਂ, ਫਿਰ ਲੋਕ ਖੁੱਲ੍ਹ ਖੁੱਲ੍ਹਾ ਇੱਦਾਂ ਦਾ ਨਾਚ ਕਰਦੇ ਰਹੇ ਅਤੇ ਗਲਤ ਤਰੀਕੇ ਨਾਲ ਸਾਰਾ ਕੁਛ ਹੋਏਗਾ ਅਤੇ ਨੁਕਸਾਨ ਕਿਹਨੂੰ ਹੋਏਗਾ? ਆਮ ਲੋਕਾਂ ਨੂੰ, ਜਨਤਾ ਨੂੰ ਨੁਕਸਾਨ ਹੋਊਗਾ, ਬੱਚਿਆਂ ਨੂੰ ਨੁਕਸਾਨ ਹੋਊਗਾ, ਅੱਗੇ ਵੀ ਬੱਚੇ ਮਾਰੇਗਾ, ਜਵਾਨ ਮੁੰਡੇ ਮਾਰੇਗਾ। ਦੇਖੋ ਜਿਹੜੇ ਇੱਦਾਂ ਸਟੇਟਮੈਂਟਸ ਦੇ ਦਿੰਦੇ ਨੇ ਜੀ ਜੀ, ਉਹ ਇਸ ਗੱਲ ਦਾ ਧਿਆਨ ਨਹੀਂ ਦਿੰਦੇ ਕਿ ਉਹ ਖੁਦ ਤਾਂ ਸੇਫ ਜਗ੍ਹਾ ਤੇ ਹੈਗੇ ਨੇ ਜੀ, ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਹੋਈ ਹੈ, ਉਹਨਾਂ ਦੇ ਪੈਰੋਕਾਰ ਵੀ ਉਹਨਾਂ ਦੇ ਨਾਲ ਨੇ। ਸਹੀ ਗੱਲ। ਪਰ ਜਿਹੜੇ ਆਮ ਲੋਕ ਨੇ ਨਾ ਉਹਨਾਂ ਕੋਲ ਕੋਈ ਸਿਕਿਉਰਿਟੀ ਹੈ, ਨਾ ਉਹਨਾਂ ਦੇ ਕੋਈ ਪੈਰੋਕਾਰ ਹੋ ਸਕਦੇ ਕਿਉਂਕਿ ਤੇ ਆਮ ਲੋਕ ਨੇ ਤੇ ਬਾਕੀ ਰਹਿ ਗਿਆ ਘਰ ਚਲਾਉਣ ਵਾਸਤੇ ਦਿਨ ਰਾਤ ਮਿਹਨਤ ਕਰਦੇ ਨੇ। ਠੀਕ ਹੈ ਨਾ, ਉਹਨਾਂ ਕੋਲ ਕਿੰਨਾ ਕੁ ਟਾਈਮ ਹੈ ਤੁਹਾਡੀਆਂ ਗੱਲਾਂ ਸੁਣਨ ਦਾ? ਉਹਨਾਂ ਕੋਲ ਕਿੰਨਾ ਕੁ ਟਾਈਮ ਹੈ ਲੋਕਾਂ ਦੀਆਂ ਸਟੇਟਮੈਂਟਸ ਵੱਲ ਧਿਆਨ ਦੇਣ ਦਾ? ਉਹਨਾਂ ਦੇ ਆਪਣੇ ਖਰਚੇ ਕਰਨ ਵਾਸਤੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ। ਸੋ ਐਸੇ ਮਾਹੌਲ ਦੇ ਵਿੱਚ ਤੁਹਾਡੇ ਵੱਲੋਂ ਇੱਦਾਂ ਦੀਆਂ ਸਟੇਟਮੈਂਟਸ ਹੋਣੀਆਂ, ਇੱਦਾਂ ਦੀ ਗੱਲਬਾਤ ਤੁਸੀਂ ਕਰਨਾ ਆਪਸ ਦੇ ਵਿੱਚ ਤੁਹਾਡੀ ਲੱਗਦੀ ਹੈ ਔਰ ਤੁਹਾਡੀ ਆਪਸ ਦੀ ਲਾਗਤਬਾਜ਼ੀ ਨੇ ਪੰਜਾਬ ਦੇ ਮਾਹੌਲ ਸਾਰਾ ਖਰਾਬ ਕਰਕੇ ਰੱਖ ਦਿੱਤਾ, ਪੰਜਾਬ ਦੇ ਸਮਾਜ ਦਾ ਮਾਹੌਲ ਸਾਰਾ ਛਿੱਕੇ ਟੰਗ ਕੇ ਰੱਖ ਦਿੱਤਾ। ਮਤਲਬ ਇਹ ਹੈ ਕਿ ਇਹ ਕੁੱਲ ਮਿਲਾ ਕੇ ਤੁਸੀਂ ਲੋਕ ਕਿੱਧਰ ਨੂੰ ਜਾ ਰਹੇ ਹੋ, ਸਿੱਧ ਕੀ ਕਰਨਾ ਚਾਹੁੰਦੇ ਹੋ, ਤੁਸੀਂ ਬਣਾਉਣਾ ਕੀ ਚਾਹੁੰਦੇ ਹੋ ਪੰਜਾਬ ਦੇ? ਖਾਸ ਤੌਰ 'ਤੇ ਪਤਾ ਮਨਸ਼ਾ ਕੀ ਹੈ? ਭੁੱਖੇ ਮਰਨ ਵਾਲਾ ਮਨਸ਼ਾ। ਜਦੋਂ ਕਿ ਇੰਡੀਆ ਦਾ ਇਸ ਵੇਲੇ ਜਿਹੜੀ ਲਿਸਟ ਬਣੀ ਹੈ ਉਹਦੇ 'ਚ ਭੁੱਖਿਆਂ ਵਾਲੀ ਲਿਸਟ ਦੇ ਵਿੱਚ 105ਵਾਂ ਪਤਾ ਨਹੀਂ 107ਵਾਂ ਸਥਾਨ ਆ ਗਿਆ। ਔਰ ਇਹਦੇ ਵਿੱਚ ਦੇਖੋ, ਜੇ ਅਸੀਂ ਧਰਨਿਆਂ 'ਤੇ ਬੈਠਾਂਗੇ, ਅਸੀਂ ਮਾਰ ਧਾੜ ਕਰਾਂਗੇ, ਸਰਕਾਰੀ ਮਸ਼ੀਨਰੀ ਤੋੜਾਂਗੇ, ਜਾਂ ਧਰਮ ਦੇ ਮਾਮਲੇ 'ਚ ਅਸੀਂ ਹੈ ਨਾ ਡੇਰਾਵਾਦ 'ਚ ਬਹਿ ਜਾਵਾਂਗੇ ਔਰ ਉਹਦੇ 'ਚ ਅਸੀਂ ਧਰਮ ਚਲਾਉਣ ਦੇ ਅੱਗੇ ਉਪਦੇਸ਼ ਦੇਵਾਂਗੇ, ਇਹਦੇ ਨਾਲ ਫਿਰ ਭੁੱਖ ਮਰੀ ਆਊਗੀ ਕਿਉਂਕਿ ਸਾਰੇ ਲੋਕ ਤਾਂ ਉੱਧਰੋਂ ਆ ਜਾਂਦੇ ਆ। ਕੰਮ ਕਿਹਨੇ ਕਰਨਾ? ਕੰਮ ਤਾਂ ਉਹ ਕਰੂਗਾ ਬਾਹਰਲੇ ਦੇਸ਼ਾਂ 'ਚ ਤਾਂ ਇਸੇ ਕਰਕੇ ਹੈਗਾ ਕਿ ਉੱਥੇ ਘੰਟਿਆਂ ਬੱਧੀ ਕੰਮ ਕਰਦੇ ਆ, ਉਹਦੇ ਪ੍ਰਤੀ ਘੰਟਾ ਪੈਸਾ ਮਿਲਦਾ। ਔਰ ਜਿੱਥੇ ਅਸੀਂ ਰੌਲਾ ਹੀ ਪਾਵਾਂਗੇ, ਜਿੱਥੇ ਅਸੀਂ ਦੂਜੀਆਂ ਹੀ ਧਰਮ ਦੀਆਂ ਗੱਲਾਂ ਕਰਾਂਗੇ ਔਰ ਉਹਦੇ ਵਿੱਚ ਅਸੀਂ ਲੋਕਾਂ ਨੂੰ ਮੂਰਖ ਬਣਾਵਾਂਗੇ, ਫਿਰ ਇਹ ਲੋਕ ਇੱਕ ਸੂਬਾ ਜਿਹੜਾ ਖੁਸ਼ਹਾਲ ਸੂਬਾ ਇਹ ਵੀ ਗਰੀਬੀ ਵੱਲ ਵਧੂਗਾ। ਬਾਕੀ ਸੂਬੇ ਤਾਂ ਅਸੀਂ ਦੇਖ ਰਹੇ ਹਾਂ ਕਿ ਉੱਥੇ ਪਰ ਕੈਪੀਟਾ ਇਨਕਮ ਇੰਨੀ ਨਹੀਂ ਜਿੰਨੀ ਪੰਜਾਬ ਤੇ ਹਰਿਆਣਾ ਦੀ ਹੈ, ਬਾਕੀ ਸਾਰੇ ਸੂਬੇ ਡਾਊਨ ਹੈ ਇਸ ਤੋਂ। ਔਰ ਇਸ ਕਰਕੇ ਇੱਥੇ ਹੈਗਾ ਸਾਡੇ ਮੁੰਡੇ ਬਾਹਰ ਵੀ ਹੈਗੇ, ਸਾਡੇ ਪ੍ਰਵਾਸੀ ਭਾਰਤੀ ਉਹ ਵੀ ਪੈਸਾ ਲਿਆ ਰਹੇ ਆ, ਕਮਾਈ ਕਰ ਰਹੇ ਆ, ਜ਼ਮੀਨ ਵੀ ਬੜੀ ਉਪਜਾਊ ਆ, ਸਾਰਾ ਕੁਛ ਹੈਗਾ।
ਪਰ ਜੇ ਪੰਜਾਬ 'ਚ ਇਸ ਤਰ੍ਹਾਂ ਦੀਆਂ ਇਕਾਈਆਂ, ਇਹਦੇ ਵਿੱਚ ਵੀ ਹੁੰਦਾ, ਲੱਗਦਾ ਇਹ ਹੈਗਾ, ਮੇਰਾ ਖਿਆਲ ਆ ਕਿ ਜਿਹੜੇ ਸੁਖੀ ਵੱਸਦੇ ਆ ਲੋਕ, ਉਹਨਾਂ ਨੂੰ ਬਾਹਰਲੇ ਜਿਹੜੇ ਲੋਕ ਨੇ, ਜਿਹੜੇ ਛਾਤਰ ਦਿਮਾਗ ਨੇ, ਉਹ ਚਾਹੁੰਦੇ ਨੇ ਕਿ ਇਸ ਪੰਜਾਬ ਨੂੰ ਫਿਰ ਦੁਬਾਰਾ ਉਸੇ ਤਰ੍ਹਾਂ ਲੰਗੜਾ ਕਰ ਦਈਏ, ਕੰਗਾਲੀ ਵੱਲ ਨੂੰ ਧੱਕ ਦਈਏ, ਗਰੀਬ ਕਰ ਦਈਏ, ਕਿਉਂਕਿ ਇਹਦਾ ਨਾਂ ਪੂਰੇ ਵਰਲਡ 'ਚ ਨਾਂ ਤਾਂ ਹੈਗਾ। ਮੈਂ ਇੱਕ ਗੱਲ ਦੇਖੋ ਜੀ, ਜਦੋਂ ਵੀ ਗੱਲ ਹੋਏਗੀ ਧਰਮ ਦੀ ਗੱਲ ਹੋਏਗੀ, ਠੀਕ ਹੈ, ਧਰਮ ਦੀ ਗੱਲ ਕਰਨੀ ਹੈ ਕਿਉਂਕਿ ਅਸੀਂ ਬੇਸਿਕਲੀ ਸਾਰੇ ਧਾਰਮਿਕ ਲੋਕ ਆ, ਲੇਕਿਨ ਉਸ ਤੋਂ ਅੱਗੇ ਵੀ ਤਾਂ ਕੋਈ ਗੱਲ ਕਰੋ ਨਾ। ਇੱਕ ਧਰਮ ਦੀ ਗੱਲ, ਉਹਨੂੰ ਵੱਖ-ਵੱਖ ਐਂਗਲਸ ਤੋਂ ਉਹੀ ਗੱਲ। ਤੁਸੀਂ ਕਦੀ ਇਕਨੋਮੀ ਦੀ ਗੱਲ ਨਹੀਂ ਕਰਦੇ, ਤੁਸੀਂ ਕਦੀ ਪੰਜਾਬ ਦੀ ਖੇਤੀਬਾੜੀ ਦੀ ਗੱਲ ਨਹੀਂ ਕਰਦੇ, ਤੁਸੀਂ ਕਦੀ ਇਹ ਗੱਲ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਇੰਡਸਟਰੀ ਹੋਣੀ ਚਾਹੀਦੀ ਹੈ। ਹੁਣ G20 ਸੰਮੇਲਨ ਚੱਲਦਾ ਪਿਆ ਅੰਮ੍ਰਿਤਸਰ ਦੇ ਵਿੱਚ, ਤਾਂ ਉਹਦਾ ਰਿਜ਼ਲਟ ਕੀ ਨਿਕਲਣਾ? ਕੌਣ ਨੇ ਉਹ ਲੋਕ ਜਿਹੜੇ ਪੰਜਾਬ ਦੇ ਅੰਦਰ ਇਨਵੈਸਟ ਕਰਨਗੇ ਤੁਹਾਡੀਆਂ ਇੰਨੀਆਂ ਸਟੇਟਮੈਂਟਸ ਕਰਕੇ? ਤੁਸੀਂ ਜਿਹੜਾ ਮਾਹੌਲ ਬਣਾਈ ਜਾ ਰਹੇ ਹੋ, ਇਨਸਟੇਬਿਲਿਟੀ, ਇਨਸਿਕਿਉਰਿਟੀ, ਤੇ ਕੌਣ ਆਏਗਾ ਇਨਵੈਸਟ ਕਰਨ ਵਾਸਤੇ? ਉਹਨਾਂ ਨੂੰ ਆਪਣਾ ਪੈਸਾ ਡੁੱਬਦਾ ਨਜ਼ਰ ਆਏਗਾ ਕਿ ਇੱਥੇ ਤੇ ਸ਼ਾਂਤੀ ਨਹੀਂ ਹੈਗੀ, ਕਿਉਂਕਿ ਜਿੱਥੇ ਤਰੱਕੀ ਹੋਣੀ ਹੈ, ਸ਼ਾਂਤੀ ਪਹਿਲੀ ਸ਼ਰਤ ਹੈ। ਜਿੱਥੇ ਸ਼ਾਂਤੀ ਹੋਏਗੀ ਉੱਥੇ ਤਰੱਕੀ ਹੋਏਗੀ। ਤੁਹਾਡਾ ਇਹ ਮਾਹੌਲ ਜੋ ਤੁਸੀਂ ਕ੍ਰੀਏਟ ਕਰਦੇ ਪਏ ਹੋ, ਤੁਹਾਡੀਆਂ ਇਹ ਸਟੇਟਮੈਂਟਸ ਇੱਕ ਸ਼ਾਂਤ ਰਹਿਣ ਦੇਣਗੀਆਂ ਪੰਜਾਬ ਨੂੰ? ਉਹਨਾਂ ਖਿਲਾਫ ਨੋਟਿਸ ਭੇਜ ਦਿਓ। ਇੱਕ ਕਵੀ ਦੀਆਂ ਲਾਈਨਾਂ ਸ਼ਾਇਦ ਤੁਸੀਂ ਸੁਣੀ ਹੋਣਗੀਆਂ, ਕਵੀ ਦੀਆਂ ਲਾਈਨਾਂ ਹੈਗੀਆਂ, ਉਹ ਕਹਿੰਦੇ ਧਰਮ ਇੱਕ ਗੁੰਝਲਦਾਰ ਬੁਝਾਰਤ ਤੇ ਧਰਮ ਇੱਕ ਗੋਰਖ ਧੰਦਾ, ਖੋਲਦਾ ਖੋਲਦਾ ਪੇਚ ਇਸ ਦੇ ਪਾਗਲ ਹੋ ਜੇ ਬੰਦਾ। ਕਿ ਇਹਦੇ ਇੰਨੇ ਪੇਚ ਆ, ਇੰਨਾ ਕੁਛ ਇਹਦਾ ਹੈਗਾ ਗਾ, ਬੰਦੇ ਨੂੰ ਨਹੀਂ ਪਤਾ ਲੱਗਦਾ ਕੀ ਹੈਗਾ। ਕਿ ਧਰਮ ਨੂੰ ਕਈ ਵਾਰੀ ਇਸ ਤਰ੍ਹਾਂ ਦੀਆਂ ਗੁੰਝਲਦਾਰ ਪੇਚੀਦੇ ਪੇਜਾਂ 'ਚ ਲੈ ਆਉਂਦੇ ਆ ਧਰਮ ਦੇ ਠੇਕੇਦਾਰ, ਤੁਹਾਨੂੰ ਸਮਝ ਨਹੀਂ ਆਉਂਦੀ। ਔਰ ਜਿਹੜੇ ਧਰਮ ਮਕਬੂਲ ਆ, ਜਿਨ੍ਹਾਂ ਨੂੰ ਦੁਨੀਆ ਮੰਨਦੀ ਆ, ਉਹਨਾਂ ਨੂੰ ਧਰਮ ਨੂੰ ਤੁਸੀਂ ਪੜ੍ਹ ਕੇ ਦੇਖੋ, ਉਹਦੇ 'ਚ ਸਰਬੱਤ ਦਾ ਭਲਾ, ਉਹਦੇ 'ਚ ਲੋਕਾਂ ਦੀ ਲੁਕਾਈ ਦਾ, ਲੋਕਾਂ ਦਾ ਵੇਖਣ ਦੀ ਜਾਂਚ ਸਿਖਾਈ ਗਈ। ਐਕਚੁਅਲੀ ਇਹਨਾਂ ਨੂੰ ਪਤਾ ਹੈ ਕਿ ਸਾਡੀ ਸਾਰਿਆਂ ਦੀ ਬੈਕਗ੍ਰਾਉਂਡ ਜਿਹੜੀ ਹੈ ਧਾਰਮਿਕ ਹੈ ਜੀ, ਅਸੀਂ ਸਾਰੇ ਧਾਰਮਿਕ ਸੋਚ ਦੇ ਲੋਕ ਹਾਂ। ਇਸ ਕਰਕੇ ਧਰਮ ਜਿਹੜਾ ਨਾ ਬੜਾ ਆਸਾਨ ਚੀਜ਼ ਹੋ ਜਾਂਦੀ ਹੈ ਇਹਨਾਂ ਵਾਸਤੇ ਕਰਨਾ। ਇਹਨਾਂ ਨੂੰ ਕਹੋ ਕਦੀ ਇਕਨੋਮੀ ਤੇ ਬੋਲ ਕੇ ਦਿਖਾਣ, ਨਹੀਂ ਬੋਲਣਗੇ, ਪਤਾ ਹੀ ਨਹੀਂ ਕੁਝ, ਤੇ ਬੋਲਣਾ ਕੀ ਹੈ? ਇਹਨਾਂ ਨੂੰ ਪੁੱਛੋ ਪੰਜਾਬ ਦਾ ਖਜ਼ਾਨਾ ਖਾਲੀ ਹੈ, ਉਹ ਕਿਵੇਂ ਭਰਿਆ ਜਾਵੇ? ਉਹ ਤਾਂ ਜੀ ਸਰਕਾਰਾਂ ਦਾ ਕੰਮ ਹੈ, ਤੇ ਫਿਰ ਤੁਹਾਡਾ ਕੰਮ ਕੀ ਹੈ? ਇੱਦਾਂ ਦੀਆਂ ਸਟੇਟਮੈਂਟਸ ਦੇਣ ਕਿ ਪੰਜਾਬ ਦਾ ਮਾਹੌਲ ਜਿਹੜਾ ਚੰਗਾ ਭਲਾ ਹੈਗਾ ਉਹਨੂੰ ਵਿਗਾੜ ਕੇ ਰੱਖ ਦਿਓ। ਸਹੀ ਗੱਲ। ਸੋ ਪੰਜਾਬ ਦੀ ਖੁਸ਼ਹਾਲੀ ਵਾਸਤੇ ਗੱਲ ਕਰੋ। ਕੋਈ ਸੰਸਥਾ ਹੈਗੀ ਹੈ ਪੰਜਾਬ ਦੀ ਬਿਹਤਰੀ ਵਾਸਤੇ ਗੱਲ ਕਰੇ। ਇਹ ਥੋੜਾ ਕਿ ਕੁਝ ਦਾ ਕੁਝ ਕਰਕੇ ਕਿਤੇ ਨੋਟਿਸ ਭੇਜ ਦਿਓ, ਕਿਤੇ ਕੋਈ ਸਟੇਟਮੈਂਟ ਆ ਜਾਵੇ, ਅੱਗੋਂ ਉਹ ਕੋਈ ਨੋਟਿਸ ਭੇਜ ਦੇਣ, ਉਹ ਕੋਈ ਸਟੇਟਮੈਂਟ ਦੇ ਦੇਣ, ਕਦੀ ਕਹਿਣਗੇ ਇੱਥੇ ਛਾਪਾ ਮਾਰੋ, ਕਦੀ ਕਹਿਣ ਉਹਦੀ ਤਹਿਕੀਕਾਤ ਕਰੋ। ਇੰਨਾ ਕੰਮਾਂ 'ਚ ਹੀ ਲੱਗੇ ਰਵਾਂਗੇ ਤੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਦੋਂ ਕਰਨੀ ਹੈ? ਪੰਜਾਬ ਨੂੰ ਬਣਾਉਣ ਦੀ ਗੱਲ ਕਰਨੀ ਹੈ? ਪੰਜਾਬ ਦੀ ਐਗਰੀਕਲਚਰ ਬਾਰੇ ਕੀ ਗੱਲ ਕੀਤੀ? ਐਗਰੋ ਬੇਸਡ ਇੰਡਸਟਰੀ ਬਾਰੇ ਕੀ ਗੱਲ ਕੀਤੀ? ਪੰਜਾਬ ਦੀ ਇੰਡਸਟਰੀ ਬਾਰੇ ਕੀ ਗੱਲ ਕੀਤੀ? ਉਧਰ ਧਿਆਨ ਨਹੀਂ ਗਾ। ਪੰਜਾਬ ਦਾ ਜਿਹੜਾ ਸਾਰਾ ਮਾਹੌਲ ਹੈ, ਪੰਜਾਬ ਜਿਹੜਾ ਹੈ ਸਰਹੱਦੀ ਸੂਬਾ ਹੈ, ਸਰਹੱਦ ਜਿਹੜੇ ਵਸੇ ਹੋਏ ਪਿੰਡ ਨੇ, ਉਹਨਾਂ ਦੀ ਜਿਹੜੀ ਮਾਲੀ ਹਾਲਤ, ਉਹਨਾਂ ਦੀ ਜਿਹੜੀ ਸਮਾਜਿਕ ਹਾਲਤ, ਉਹਨਾਂ ਦੀ ਜਿਹੜੀ ਵਿਦਿਅਕ ਹਾਲਤ ਮਾੜੀ ਹਾਲਤ ਹੈ, ਉਹਦੇ ਬਾਰੇ ਕੀ ਗੱਲ ਕੀਤੀ? ਉੱਥੇ ਕਿੰਨੇ ਹਸਪੀਟਲ ਖੋਲ੍ਹੇ ਨੇ, ਉੱਥੇ ਪ੍ਰੈਗਨੈਂਸੀ ਹੁੰਦੀ ਹੈ, ਲੇਡੀਜ਼ ਨੂੰ ਡਿਲੀਵਰੀ ਵਾਸਤੇ ਕਿੰਨੀ ਮੁਸ਼ਕਿਲ ਆਉਂਦੀ, ਕਦੀ ਗੱਲ ਕੀਤੀ? ਤੁਸੀਂ ਇੱਥੇ ਬੋਲ ਕੇ ਦੇਖੋ, ਜਦੋਂ ਕਿਤੇ ਬੋਲੋਗੇ ਨਾ ਅਰਥ ਵਿਵਸਥਾ 'ਤੇ ਬੋਲੋਗੇ, ਸਮਾਜਿਕ ਲੋਕਾਂ ਦੀਆਂ ਉਣਤਾਈਆਂ 'ਤੇ ਬੋਲੋਗੇ, ਜਦੋਂ ਸਬਜੈਕਟ ਲੈ ਲਓਗੇ, ਉਹ ਤੇ ਕਿਸੇ ਨੇ ਤੁਹਾਡੀ ਸੁਣਨੀ, ਉਦੋਂ ਲੋਕਾਂ ਨੇ ਉੱਠ ਜਾਣਾ। ਜਦੋਂ ਤੁਸੀਂ ਧਰਮ ਦੇ ਬਾਰੇ ਗੱਲਾਂ ਕਰੋਗੇ ਜਾਂ ਲੋਕਾਂ ਨੂੰ ਲੋਕਾਂ ਨੂੰ ਦੂਜੀਆਂ ਗੱਲਾਂ ਨਾਲ ਭਰਮਾ ਲਓਗੇ, ਤੇ ਲੋਕ ਤੁਹਾਡੇ ਨੇੜੇ ਆ ਜਾਣਗੇ। ਜਦੋਂ ਲੜਾਈ ਵੀ ਹੁੰਦੀ ਹੈ ਧਰਮ ਦੇ ਨਾਂ 'ਤੇ, ਬਹੁਤ ਮਰਦੇ ਲੋਕ, ਕਿਸੇ ਪਾਸੇ ਕਰ ਲਓ, ਧਰਮ ਨੂੰ ਖਤਰਾ। ਮੁਸਲਿਮ ਵੀ ਜਹਾਦ ਦੀ ਜੰਗ ਜਦੋਂ ਆਉਂਦੇ ਤਾਂ ਲੋਕ ਮਰਨ ਮਿਟ ਜਾਂਦੇ ਆ, ਪਤਾ ਨਹੀਂ ਲੱਗਦਾ ਕਿੱਥੇ ਕਿੱਥੇ ਲੋਕ ਫੱਟੜ ਹੋ ਜਾਂਦੇ ਆ। ਇਹਦੇ ਲਈ ਲੋਕਾਂ ਨੇ ਮਰਨਾ ਵੀ ਇਹਦੇ ਲਈ ਹੈਗਾ, ਔਰ ਇਹਦੇ ਲਈ ਜਿਉਣਾ ਵੀ ਇਹਦੇ ਲਈ ਹੈਗਾ, ਔਰ ਭੁੱਖੇ ਮਰਨਾ ਵੀ ਇਹਦੇ ਲਈ ਹੈਗਾ। ਭੁੱਖੇ ਵੀ ਮਰ ਰਹੇ ਲੋਕ ਜਦੋਂ ਕੰਮ ਕਰਨਗੇ ਨਹੀਂ, ਬਿਲਕੁਲ ਸਹੀ ਗੱਲ ਹੈ, ਬੈਠੇ ਰਹਿਣਗੇ। ਜੋ ਭੁੱਖਮਰੀ ਹੈ 105ਵੇਂ 107ਵੇਂ ਨੰਬਰ ਦੇ ਉੱਤੇ ਸਾਡਾ ਭਾਰਤ ਹੈ, ਉਹਦੇ ਬਾਰੇ ਤੁਸੀਂ ਕੀ ਬੋਲਦੇ ਪਏ ਹੋ? ਔਰ ਤੁਸੀਂ ਦੇਖੋ ਸਰਹੱਦੀ ਜਿਹੜੇ ਪਿੰਡ ਨੇ, ਉੱਥੇ ਜਿਹੜੀਆਂ ਲੜਕੀਆਂ ਨੇ, ਜਿਹੜੀਆਂ ਪ੍ਰੈਗਨੈਂਟ ਨੇ ਔਰਤਾਂ, ਉਹਨਾਂ ਨੂੰ ਡਿਲੀਵਰੀ ਵਾਸਤੇ, ਬੱਚਾ ਜੰਮਣ ਵਾਸਤੇ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ, ਪ੍ਰੋਪਰ ਮੈਡੀਕਲ ਸਹਾਇਤਾ ਨਹੀਂ, ਉੱਥੇ ਡਾਕਟਰ ਨਹੀਂ ਹੈਗੇ, ਉੱਥੇ ਡਾਕਟਰ ਆਉਂਦੇ ਨਹੀਂਗੇ, ਉਹਦੇ ਬਾਰੇ ਤੁਸੀਂ ਕੁਝ ਨਹੀਂ ਬੋਲਦੇ। ਬੱਚਿਆਂ ਦੀ ਪੈਦਾਵਾਰ, ਉਹਨਾਂ ਬਾਰੇ ਕੁਝ ਬੋਲਿਆ ਜਾਵੇ, ਉਹਨਾਂ ਬਾਹਰ ਹੀ ਹੋ ਜਾਂਦੇ ਆ। ਔਰ ਸਾਡੇ ਮਹਾਂਪੁਰਸ਼ ਕਹਿੰਦੇ ਨੇ ਕਿ ਲੇਡੀਜ਼ ਸਭ ਤੋਂ ਉੱਤੇ ਸਮਾਜ ਦੇ ਵਿੱਚ। ਜਿਸ ਸਮਾਜ ਦੇ ਵਿੱਚ ਔਰਤਾਂ ਦਾ ਸਨਮਾਨ ਨਹੀਂ, ਜਿਸ ਸਮਾਜ ਦੇ ਵਿੱਚ ਔਰਤਾਂ ਦੀ ਇੱਜ਼ਤ ਨਹੀਂ ਹੁੰਦੀ, ਉਹ ਸਮਾਜ ਰਹਿੰਦਾ ਹੀ ਨਹੀਂ, ਉਹ ਸਮਾਜ ਹਿੱਲ ਜਾਂਦਾ, ਤੜਕ ਜਾਂਦਾ। ਤੁਸੀਂ ਔਰਤਾਂ ਬਾਰੇ ਕੋਈ ਗੱਲ ਕਰ ਰਹੇ ਹੋ ਕਿ ਉਹਨਾਂ ਲੇਡੀਜ਼ ਬਾਰੇ, ਉਹਨਾਂ ਬੱਚਿਆਂ ਬਾਰੇ ਗੱਲ ਕਰੀਏ ਜਿਨ੍ਹਾਂ ਨੇ ਹਲੇ ਜਨਮ ਦੇਣਾ, ਕਿ ਉਹਨਾਂ ਦੀ ਡਿਲੀਵਰੀ ਕਿਵੇਂ ਹੋਵੇ, ਉਹ ਬੱਚੇ ਨੂੰ ਜਨਮ ਕਿਵੇਂ ਦੇਣ। ਸੋ ਇਹ ਸਭ ਚੀਜ਼ਾਂ ਜਿਹੜੀਆਂ ਸੈਂਸਿਟਿਵ ਇਸ਼ੂ ਨੇ, ਤੁਸੀਂ ਇਮੋਸ਼ਨਲ ਮੁੱਦੇ ਚੁੱਕਦੇ ਪਏ ਹੋ, ਜਿਹੜੇ ਸੱਚੇ ਮੁੱਦੇ ਨੇ, ਐਕਚੁਅਲ ਮੁੱਦੇ ਨੇ, ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੁੱਦੇ ਨੇ, ਉਹਨਾਂ ਬਾਰੇ ਕੋਈ ਗੱਲ ਹੀ ਨਹੀਂ ਕਰਦੇ ਪਏ। ਸੋ ਇਮੋਸ਼ਨਸ ਦੀ ਸਿਆਸਤ ਛੱਡ ਕੇ ਜੇ ਅਸੀਂ ਸੱਚਾਈ ਦੀ ਸਿਆਸਤ 'ਤੇ ਆਈਏ, ਜਿਵੇਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ, ਜੇ ਉਹ 'ਤੇ ਆਈਏ,
ਤਾਂ ਕਿੰਨੀ ਚੰਗੀ ਗੱਲ ਹੋਵੇ ਔਰ ਉਹਦੇ ਨਾਲ ਲੋਕ ਜੁੜਨਗੇ, ਕਿਉਂਕਿ ਲੋਕਾਂ ਨੂੰ ਲੱਗੇਗਾ ਕਿ ਸਾਡੀਆਂ ਸਮੱਸਿਆਵਾਂ ਹੱਲ ਹੁੰਦੀਆਂ ਪਈਆਂ। ਬਿਲਕੁਲ। ਇੱਥੇ ਤਾਂ ਲੋਕਾਂ ਨੂੰ ਲੱਗਦਾ ਕਿ ਆਪਸ ਵਿੱਚ ਲੱਗੇ ਹੋਏ ਨੇ, ਇੱਕ ਦੂਜੇ ਨੂੰ ਬਿਆਨ ਕਰਨ, ਆਪਸ ਦੇ ਵਿੱਚ ਇੱਕ ਦੂਜੇ ਨੂੰ ਤਾਰੀਫ ਕਰਦੇ ਨੇ, ਆਪਸ ਦੇ ਵਿੱਚ ਇੱਕ ਦੂਜੇ ਦੀ ਨਿੰਦਾ ਕਰਦੇ ਨੇ। ਸਾਡੀ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਵੀ ਤੇ ਅਸੀਂ ਲੈਣਾ ਦੇਣਾ ਕੀ ਹੈ। ਅੱਗੇ ਸਰਕਾਰਾਂ ਕਰਦੀਆਂ ਕਿ ਆਂਦੇ ਜਦੋਂ ਮੁੱਦਿਆਂ ਤੋਂ ਪਰੇ ਹਟਾਉਣਾ ਲੋਕਾਂ ਨੂੰ ਨਾ, ਜੇ ਉਹਨਾਂ ਨੂੰ ਧਿਆਨ ਇਸ ਪਾਸੇ ਸਾਈਡ ਤੇ ਕਰਨਾ ਤੇ ਇਹਨਾਂ ਨੂੰ ਆਪੋ ਚ ਲੜਾ ਦਿਓ। ਉਹ ਫਿਰ ਜਦੋਂ ਲੜਾਈ ਕਰਨਗੇ ਉਹਨਾਂ ਨੂੰ ਸਰਕਾਰ ਦਾ ਚੇਤਾ ਹੀ ਭੁੱਲ ਜੂਗਾ ਵੀ ਅਸੀਂ ਇਹਨਾਂ ਕੋਲ ਕੀ ਮੰਗਣਾ ਤੇ ਕੀ ਕਰਨਾ। ਕਿਸੇ ਬੰਦੇ ਨੇ ਲੜਦਿਆਂ ਲੜਦਿਆਂ ਤੁਰਦਾ ਜਾ ਰਿਹਾ ਹੈਗਾ, ਉਹਦਾ ਜਦੋਂ ਲੜ ਰਿਹਾ ਤਾਂ ਕਹਿੰਦਾ ਯਾਰ ਮੇਰੀ ਜੁੱਤੀ ਗਵਾਚ ਗਈ, ਯਾਰ ਜੁੱਤੀ ਕਿੱਧਰ ਗਈ, ਹਾਂ ਉਹ ਲੱਭ ਰਿਹਾ ਨਹੀਂ ਹੈ ਨਾ। ਉਹਦੇ ਬਾਅਦ ਕਹਿੰਦਾ ਯਾਰ ਮੇਰੇ ਹੱਥ 'ਚ ਖੁੰਡਾ ਉਹ ਕਿਹਨੇ ਖੋਲਿਆ, ਉਹ ਵੀ ਨਹੀਂ ਲੱਭ ਰਿਹਾ। ਮੁੜ ਕੇ ਕਹਿੰਦਾ ਯਾਰ ਮੇਰੀ ਧੋਤੀ ਉਹ ਕਿੱਧਰ ਗਈ, ਮੁੜ ਕੇ ਕਹਿੰਦਾ ਮੇਰੀ ਯਾਰ ਉਹ ਮੈਂ ਨਾਲ ਬੰਨਿਆ ਮੈਂ ਆਪਾਂ ਸਾਫਾ ਪਰਨਾ ਉਹ ਕਿੱਥੇ ਗਿਆ, ਉਹ ਮੈਂ ਉਹਨਾਂ ਲੱਭੂਗਾ ਆਂਦਾ ਸਾਰਿਆਂ ਨੂੰ। ਉਹ ਕਰਦਿਆਂ ਕਰਦਿਆਂ ਸਾਰਾ ਕੁਝ ਗਵਾ ਲਿਆ। ਉਹ ਮੁੜ ਕੇ ਉਹਨੂੰ ਆਂਦਾ ਵੀ ਤੈਨੂੰ ਹੁਣ ਕੀ ਲੱਭਣਾ ਚਾਹੁੰਦਾ, ਆਂਦਾ ਜੀ ਮੇਰਾ ਤਾਂ ਸਾਰਾ ਕੁਝ ਗਵਾ ਗਿਆ, ਮੈਨੂੰ ਲੱਭਣਾ ਹੁਣ ਕੀ, ਹੁਣ ਤਾਂ ਮੈਂ ਨੰਗ ਧੜੰਗਾ ਤੁਰਿਆ ਫਿਰਦਾ। ਇਹ ਗੱਲ ਹੁੰਦੀ ਆ ਜਦੋਂ ਸਾਰਾ ਕੁਝ ਗਵਾ ਕੇ ਲੈਂਦੇ ਲੋਕ ਨਾ, ਫਿਰ ਬੇਬਸ ਹੋ ਕੇ ਕਹਿੰਦੇ ਕਿ ਸਾਡੇ ਕੋਲ ਕੁਝ ਨਹੀਂ। ਜਦੋਂ ਕਿ ਇਹਨਾਂ ਨੂੰ ਕਨਸਨਟਰੇਟ ਕਰਨਾ ਚਾਹੀਦਾ, ਇੱਕ ਚੀਜ਼ 'ਤੇ ਕਰਨਾ ਚਾਹੀਦਾ, ਰੋਜ਼ੀ ਰੋਟੀ 'ਤੇ, ਲੋਕਾਂ ਬੱਚਿਆਂ ਦੀ ਪਰਵਰਿਸ਼ 'ਤੇ ਕਰਨਾ ਚਾਹੀਦਾ, ਆਪਣੇ ਸਟੇਟਸ ਬਾਰੇ ਦੇਖਣਾ ਚਾਹੀਦਾ, ਕੰਮ ਬਾਰੇ ਸੋਚਣਾ। ਕੰਮ ਜਿਹੜਾ ਕੰਮ ਹੈ ਨਾ ਬਹੁਤ ਵੱਡੀ ਵਰਸ਼ਿਪ ਆ, ਇਹ ਬਹੁਤ ਵੱਡੀ ਪੂਜਾ ਕੰਮ ਦੀ। ਬਾਹਰਲੇ ਦੇਸ਼ਾਂ 'ਚ ਇਹੀ ਹੈ ਕਿ ਸਭ ਤੋਂ ਪਹਿਲਾਂ ਇਹਨੂੰ ਮੱਥਾ ਟੇਕੋ ਕੰਮ 'ਤੇ, ਜਿੱਥੋਂ ਰੋਜ਼ੀ ਮਿਲਣੀ, ਰੋਟੀ ਮਿਲਣੀ ਆ, ਨਾ ਕਿ ਇਹਨਾਂ ਚੀਜ਼ਾਂ ਤੋਂ ਮਿਲਣਾ। ਇਹਨਾਂ ਤੋਂ ਨਹੀਂ ਮਿਲਣਾ ਕੁਝ ਵੀ, ਇਹਨਾਂ 'ਚ ਰੌਲਾ ਮਿਲਣਾ, ਲੜਾਈ ਮਿਲਣੀ ਆ, ਅਤੇ ਤੁਹਾਡੇ 'ਤੇ ਲੋਕਾਂ ਦੇ ਦੋਸ਼ ਮੜੇ ਮਿਲਣੇ ਆ, ਇਹ ਮਿਲਣਾ। ਇਸ ਕਰਕੇ ਲੋਕ ਹਮੇਸ਼ਾ ਪੜ੍ਹੇ ਲਿਖੇ ਵੀ ਉੱਥੇ ਤੁਰੇ ਫਿਰਦੇ ਆ, ਅਨਪੜ੍ਹ ਵੀ ਤੁਰੇ ਫਿਰਦੇ ਆ। ਤੁਸੀਂ ਕਿਸੇ ਵੀ ਡੇਰੇ ਜਾ ਕੇ ਦੇਖ ਲਿਓ, ਚੰਗੇ ਭਲੇ ਸੂਟਡ ਬੂਟਡ ਲੋਕ ਆ, ਟਾਈਆਂ ਬੰਨੀਆਂ ਬੜੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਉੱਥੇ ਰੌਲਾ ਪਾ ਰਹੇ। ਉੱਥੇ ਇਹ ਡੇਰਿਆਂ 'ਚ ਇਹ ਗੱਲ ਹੈਗੀ। ਗੱਲ ਤਾਂ ਇਹੀ ਹੈ ਪਰ ਪਹਿਲੋਂ ਗੱਲਾਂ ਨਹੀਂ ਸੀਗੀਆਂ। ਜਿਹੜੇ ਮੁੱਦਿਆਂ ਤੇ ਇਹ ਲੋਕ ਆਸਾਨੀ ਨਾਲ ਬੋਲ ਸਕਦੇ ਨੇ, ਜਾਂ ਜਿਹੜੇ ਮੁੱਦਿਆਂ ਤੇ ਇਹਨਾਂ ਦੀ ਸਟੱਡੀ ਹੈਗੀ ਹੈ, ਇਹ ਉਹਨਾਂ ਮੁੱਦਿਆਂ ਤੇ ਗੱਲ ਕਰਨਗੇ। ਔਰ ਉਹਨਾਂ ਮੁੱਦਿਆਂ ਨੂੰ ਕੈਸ਼ ਕਿਵੇਂ ਕਰਨਾ ਹੈ, ਖੁਦ ਨਾਮ ਕਮਾਉਣ ਵਾਸਤੇ, ਸੱਤਾ 'ਚ ਕਾਇਮ ਰਹਿਣ ਵਾਸਤੇ, ਖੁਦ ਆਪਣੀ ਜਿਹੜੇ ਕਹਿੰਦੇ ਆ ਨਾ ਕਿ ਚੌਧਰ ਕਾਇਮ ਕਰਨ ਵਾਸਤੇ ਉਹਨਾਂ ਮੁੱਦਿਆਂ ਦਾ ਇਸਤੇਮਾਲ ਕਿਵੇਂ ਕਰਨਾ, ਇਹ ਉਹੀ ਕਰਨਗੇ। ਜਿਨ੍ਹਾਂ ਵਾਸਤੇ ਪੂਰੀ ਰਿਸਰਚ ਚਾਹੀਦੀ, ਪੂਰੀ ਖੋਜ ਚਾਹੀਦੀ ਆ, ਉਹਨਾਂ ਮੁੱਦਿਆਂ ਦੇ ਉੱਤੇ ਕੋਈ ਗੱਲ ਨਹੀਂ ਕਰਨਗੇ, ਕਿਉਂਕਿ ਉੱਥੇ ਮਿਹਨਤ ਲੱਗਦੀ ਆ, ਮਿਹਨਤ ਕਰਨੀ ਨਹੀਂ ਹੈ। ਜਿੱਥੇ ਦਿਮਾਗ ਲੱਗਣਾ, ਮਿਹਨਤ ਲੱਗਣੀ, ਜਿੱਥੇ ਪੜ੍ਹਾਈ ਲੱਗਣੀ ਹੈ, ਉੱਥੇ ਲੋਕਾਂ ਦਾ ਧਿਆਨ ਨਹੀਂ ਹੋਊਗਾ। ਲੋਕ ਪਤਾ ਕੀ ਹੁੰਦੇ ਆ, ਜਿੱਥੇ ਕੜਮਾਸ ਚਾਹੁੰਦੇ ਆ, ਜਿੱਥੇ ਰੌਲਾ, ਜਿੱਥੇ ਹਨੇਰਾ, ਉੱਥੇ ਲੋਕ ਰੌਲਾ ਪਾਉਣਗੇ, ਕਿਉਂਕਿ ਉੱਥੇ ਅੱਛੇ ਦਿਮਾਗ ਨਹੀਂ ਹੋਣਗੇ। ਜਿਹੜੇ ਅੱਛੇ ਸੋਚ ਵਾਲੇ ਆ, ਅੱਛੇ IQ ਵਾਲੇ ਲੋਕ ਹੈਗੇ, ਉਹ ਹਨੇਰੇ ਤੋਂ ਵੀ ਡਰਨਗੇ, ਰੌਲੇ ਤੋਂ ਵੀ ਡਰਨਗੇ, ਉੱਥੇ ਨਹੀਂ ਆਉਣਗੇ। ਜਿੱਥੇ ਜ਼ਿਆਦਾ ਲੋਕ ਹੋਣਗੇ, ਜਿੱਥੇ ਜ਼ਿਆਦਾ ਭੀੜ ਹੋਊਗੀ, ਉੱਥੇ ਮੌਤਾਂ ਵੀ ਜ਼ਿਆਦਾ ਹੋਣਗੀਆਂ, ਰੌਲਾ ਵੀ ਜ਼ਿਆਦਾ ਹੋਊਗਾ, ਉੱਥੇ ਨੁਕਸਾਨ ਵੀ ਜ਼ਿਆਦਾ ਹੋਊਗਾ। ਜਿਹੜੀ ਭੀੜ ਦਾ ਮਾਰਿਆ ਬੰਦਾ ਨਹੀਂ ਲੱਭਦਾ, ਕਿਸੇ ਦਾ ਇੱਕ ਧੱਕਾ ਵੱਜ ਗਿਆ ਤਾਂ ਬੰਦਾ ਗਿਆ। ਬੰਦੇ 'ਚ ਹੁੰਦਾ ਕੀ ਹੈਗਾ, ਉਹ ਫੁੱਟਪਾਥ 'ਤੇ ਜਾ ਡਿੱਗਾ। ਇਸ ਕਰਕੇ ਜਿਹੜੀ ਭੀੜ ਭੜੱਕਾ ਉਹਦੇ 'ਚੋਂ ਲੋਕਾਂ ਨੂੰ ਬਚਣਾ ਚਾਹੀਦਾ, ਆਪਣੇ ਤਰੀਕੇ 'ਚ ਰਹਿਣਾ ਚਾਹੀਦਾ। ਬਾਹਰਲੇ ਦੇਸ਼ਾਂ 'ਚ ਨਹੀਂ, ਆਪਣੇ ਕੜਮਾਸ ਚਾਹੁੰਦਾ ਜ਼ਿਆਦਾ। ਬਿਲਕੁਲ। ਔਰ ਇੱਦਾਂ ਦੇ ਆਗੂ, ਇੱਦਾਂ ਦੇ ਲੀਡਰ ਪੰਜਾਬ ਨੂੰ ਕਿੱਧਰ ਲੈ ਕੇ ਜਾਣਗੇ ਜਾਂ ਕਿੱਧਰ ਲੈ ਕੇ ਜਾ ਰਹੇ ਨੇ, ਉਹ ਵਾਕਈ ਰੱਬ ਹੀ ਰੱਖ ਹੈ। ਹਾਂ ਬਿਲਕੁਲ। ਸੋ ਅੱਗੇ ਵਧੀਏ ਆਪਾਂ। ਜ਼ਰੂਰ। ਸਰਕਾਰ ਦੇ ਕੰਮਕਾਜ ਦੇ ਵਿੱਚ ਕਦੇ ਦਖਲ ਨਹੀਂ ਦਿੱਤਾ, ਅਤੇ ਪੰਜਾਬ ਸਰਕਾਰ ਦਾ ਰਵੱਈਆ ਮੇਰੇ ਲਈ ਠੀਕ ਨਹੀਂ, ਮੇਰੇ ਪ੍ਰਤੀ ਪੰਜਾਬ ਸਰਕਾਰ ਦਾ ਰਵੱਈਆ ਠੀਕ ਨਹੀਂ। ਇੱਧਰ CM ਕਹਿ ਰਹੇ ਨੇ ਕਿ ਰਾਜਪਾਲ ਸਾਹਿਬ ਦਾ ਰਵੱਈਆ ਠੀਕ ਨਹੀਂ, ਰਾਜਪਾਲ ਸਾਹਿਬ ਕਹਿ ਰਹੇ ਨੇ ਕਿ CM ਸਾਹਿਬ ਦਾ ਰਵੱਈਆ ਠੀਕ ਨਹੀਂ। ਇਹ ਬਨਵਾਰੀ ਲਾਲ ਪੁਰੋਹਿਤ ਜੀ ਜਿਹੜੇ ਆ ਸਾਡੇ ਪੰਜਾਬ ਦੇ ਰਾਜਪਾਲ ਨੇ, ਉਹ ਕਹਿ ਰਹੇ ਨੇ ਕਿ ਇੱਕ ਵੱਡੇ ਨੇ, ਉਹ ਬਜ਼ੁਰਗ ਵੀ ਨੇ ਔਰ ਪੋਸਟ ਵੀ ਹੈ ਉਹਨਾਂ ਦੀ ਵੱਡੀ, ਕਹਿੰਦੇ ਪਰਵਾਹ ਨਹੀਂ ਕਰਦੇ ਇਹ ਮੁੰਡੇ ਖੁੰਡੇ ਜਿਹੜੇ ਅੱਜ ਕੱਲ੍ਹ ਦੀ ਸਿਆਸਤ ਵਿੱਚ ਆਏ ਹੋਏ ਨੇ। ਤੇ ਵਾਕਈ ਹੁਣ ਸਾਰੇ ਮੁੰਡੇ ਖੁੰਡੇ ਹੀ ਨੇ ਨਾ ਉਹਨਾਂ ਦੇ ਸਾਹਮਣੇ, ਕਿਉਂਕਿ ਉਹ ਤਾਂ ਜਵਾਨ ਨੇ ਤੇ ਇਹ ਬਜ਼ੁਰਗ ਨੇ। ਇਹ ਕੁਝ ਆਪਣੀ ਪੋਸਟ ਜੋ ਇਹਨਾਂ ਨੇ ਅਰਨ ਕੀਤੀ ਹੈ, ਹੀ ਇਜ਼ ਦ ਗਵਰਨਰ, ਉਸ ਨਾਤੇ ਵੀ ਗੱਲ ਕਰਦੇ ਨੇ, ਇੱਕ ਬਜ਼ੁਰਗ ਦੇ ਨਾਤੇ ਵੀ ਗੱਲ ਕਰਦੇ ਨੇ। ਸੋ ਇਹ ਸਾਰੀ ਕਹਾਣੀ ਬਣੀ ਹੋਈ ਹੈ, ਨਾਰਾਜ਼ਗੀ ਚੱਲਦੀ ਪਈ ਹੈ। ਇਹ ਬੜਾ ਵੱਡਾ ਟਕਰਾਅ ਰਿਹਾ ਮੁੱਖ ਮੰਤਰੀ ਪੰਜਾਬ ਤੇ ਗਵਰਨਰ ਪੰਜਾਬ ਦੋਵਾਂ ਦਾ ਹੀ। ਔਰ ਜਿੰਨੇ ਮਸਲੇ ਇਹਨਾਂ ਕੋਲ ਜਾਂਦੇ ਰਹੇ ਆ, ਇਹ ਵੈਸੇ ਵਾਪਸ ਹੀ ਕਰਦੇ ਰਹੇ ਆ। ਹੋ ਸਕਦਾ ਉਹਨਾਂ ਕੋਲ ਪੂਰੀ ਤਰ੍ਹਾਂ ਫਾਈਲ ਦਾ ਵਰਕ ਜਿਹੜਾ ਹੁੰਦਾ ਉਹਨੂੰ ਨਹੀਂ ਬਣਾ ਕੇ ਭੇਜਿਆ ਗਿਆ। ਇਹਨਾਂ ਦੀ ਫਾਈਨਲ ਅਪਰੂਵਲ ਤਾਂ ਉੱਥੇ ਹੋਣੀ ਸੀ। ਜਿਹੜੇ ਹੁਣ ਇੱਕ ਆਪਣੇ ਵਾਈਸ ਚਾਂਸਲਰ ਸੀਗੇ, ਜਿਹਦੇ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਗੋਸਲ ਜੀ, ਉਹਨਾਂ ਦੀ ਅਪੁਆਇੰਟਮੈਂਟ ਸੀਗੀ। ਮੈਨੇਜਮੈਂਟ ਬੋਰਡ ਨੇ ਤਾਂ ਉਹਨਾਂ ਨੂੰ ਕੀ ਕਰ ਦਿੱਤਾ ਸੀ ਕਿ ਕੁਆਲੀਫਾਈਡ ਆ, ਇਹਨਾਂ ਨੇ ਬਹੁਤ ਕੰਮ ਕੀਤਾ, ਉਹਨਾਂ ਨੂੰ ਨੋਮੀਨੇਸ਼ਨ ਹੋ ਗਈ। ਪਰ ਨੋਮੀਨੇਸ਼ਨ ਤਦ ਹੋਣੀ ਸੀ ਜਿੰਨੀ ਦੇਰ ਤੱਕ ਫਾਈਲ ਦੀ ਅਪਰੂਵਲ ਗਵਰਨਰ ਸਾਹਿਬ ਕੋਲ ਨਹੀਂ ਹੁੰਦੀ। ਉਹ ਉਹਨਾਂ ਨੇ ਸ਼ਾਇਦ ਲੇਟ ਭੇਜੀ ਜਾਂ ਕੁਝ ਭੇਜੀ, ਇਹਨਾਂ ਨੇ ਉੱਤੇ ਕ੍ਰਿਟਿਸਾਈਜ਼ ਕਰਤਾ, ਉਹਨਾਂ ਨੇ ਨੋ ਅਪਰੂਵ ਲਿਖ ਦਿੱਤਾ, ਉਹਨਾਂ ਨੇ ਸਾਈਨ ਨਹੀਂ ਕੀਤੇ। ਉਹ ਦੁਬਾਰਾ ਵਾਪਸ ਆ ਗਈ। ਫਿਰ ਉਦੋਂ ਬਾਅਦ ਇਹ ਖੜਕਈਏ 'ਚ ਪੈ ਗਿਆ ਕੰਮ। ਇਸੇ ਤਰ੍ਹਾਂ ਦੇ ਮਾਮਲਾ ਦੂਜੇ VC ਸੀਗੇ ਜਿਹੜੇ ਫਰੀਦਕੋਟ ਸਾਇੰਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਾਏ ਸੀਗੇ, ਉਹਨਾਂ ਦੇ ਵਿੱਚ ਵੀ ਇਹੀ ਰਹੇਗਾ ਕਿ ਉਹਨਾਂ ਦੇ ਅਪੁਆਇੰਟਮੈਂਟ ਤੋਂ ਪਹਿਲਾਂ ਉਹ ਨਾਮ 'ਤੇ ਨਾ ਬਣਾਤਾ। ਇਹਨਾਂ ਨੇ ਫਿਰ ਫਾਈਲ ਵਾਪਸ ਕਰਤੀ ਕਿ 3 ਨਾਂ ਨੋਮੀਨੇਟ ਕਰੋ, 1 ਨਾਂ 'ਤੇ ਨਹੀਂ ਹੋਣਾ। ਉਹ ਵੀ ਮਸਲਾ ਇੱਦਾਂ ਦਾ ਰਿਹਾ। ਫਿਰ ਉਹਦੋਂ ਬਾਅਦ ਜਿਹੜੇ MLA ਸੀਗੇ, ਉਹਨਾਂ ਦਾ ਸੀਗਾ ਜਿਹੜਾ ਜਿਹੜੀ ਉਹਨਾਂ ਦੀ ਪੈਨਸ਼ਨ ਦਾ ਸੀ ਮਾਮਲਾ, ਨੋਮੀਨੇਸ਼ਨ ਦਾ, ਉਹਦੇ 'ਚ ਵੀ ਇਹੀ ਆ ਰਿਹਾ, ਉਹੀ ਫਾਈਲ ਵਾਪਸ ਹੋ ਗਈ।
ਔਰ ਕੋਈ ਮਸਲਾ ਇਦਾਂ ਦਾ ਨਹੀਂ ਗਾ ਜਿਹੜਾ ਇਹਨਾਂ ਕੋਲ ਪਹਿਲੀ ਵਾਰੀ ਪਾਸ ਹੋਇਆ ਹੋਵੇ। ਇਹਨਾਂ ਨੇ ਅੱਜ ਕਹਿਤਾ ਕਿ ਮੈਂ ਕਿਸੇ ਦੀ ਗੱਲ ਨਹੀਂ ਮੰਨਦਾ, ਮੈਨੂੰ ਸੈਂਟਰ ਨਹੀਂ ਕਹਿ ਰਿਹਾ, ਕੁਝ ਨਹੀਂ ਕਹਿ ਰਿਹਾ, ਮੇਰਾ ਡਿਸੀਜਨ ਆਪਣਾ ਡਿਸੀਜਨ ਆ। ਮੈਂ ਚਾਹੁੰਦਾ ਕਿ ਮੈਨੂੰ ਪਹਿਲਾਂ ਪੁੱਛਣ, ਮੈਂ ਕਾਨੂੰਨੀ ਤੌਰ ਤੇ ਉਹਨੂੰ ਉਸੇ ਤਰ੍ਹਾਂ ਦੀ ਅਪਰੂਵਲ ਦੇ ਦੂੰਗਾ, ਉਹਨੂੰ ਪਾਸ ਕਰ ਦੂੰਗਾ, ਪਰ ਮੈਨੂੰ ਪੁੱਛ ਤਾਂ ਲੈਣ ਵੀ ਇਹ ਕੀ ਕਰ ਰਿਹਾ। ਹੋ ਸਕਦਾ ਇੱਧਰ ਵੀ ਕਾਹਲੀ ਦਾ ਕੰਮ ਹੋਵੇ, ਨਹੀਂ ਦੇਖਦੇ। ਜਦੋਂ ਕਿ ਇਹਨਾਂ ਦੇ ਜਿਹੜੇ ਨਾਲ ਲੀਗਲੀ ਲੋਕ ਨੇ ਜਿਹੜੇ ਬੈਠੇ ਆ ਉਹਨਾਂ ਦੇ ਨਾਲ ਆਪਣੇ ਮੁੱਖ ਮੰਤਰੀ ਦੇ, ਉਹਨਾਂ ਨੂੰ ਚਾਹੀਦਾ ਕਿ ਪਹਿਲਾਂ ਮਸਲੇ ਨੂੰ ਤਹਿ ਤੱਕ ਜਾ ਕੇ ਪਤਾ ਕਰਨ ਕਿ ਗਵਰਨਰ ਦੀ ਅਪਰੂਵਲ ਕਿੱਥੋਂ ਹੋਣੀ। ਕੁਝ ਮਸਲੇ ਜਿਹੜੇ ਆ ਮੁੱਖ ਮੰਤਰੀ ਆਪ ਕਰਦਾ, ਉਹ ਆਪਣਾ ਡਿਸੀਜਨ ਆਪ ਲੈ ਸਕਦਾ। ਜਿੱਦਾਂ ਹੁਣ ਡੀਏ ਦੇਣ ਦਾ ਮਸਲਾ ਦੇ ਦਿੱਤਾ, ਪੈਨਸ਼ਨ ਦਾ ਮਸਲਾ ਸੀ, ਹੋ ਗਿਆ। ਕੁਝ ਮਸਲੇ ਜਿਹੜੇ ਸੰਵਿਧਾਨ ਨਾਲ ਜੁੜਦੇ ਹੈਗੇ, ਔਰ ਜਦੋਂ ਸੰਵਿਧਾਨ ਦੇ ਆਗੂ ਕੌਣ ਨੇ? ਗਵਰਨਰ, ਔਰ ਗਵਰਨਰ ਕੋਲ ਸਾਈਨ ਹੋਣੇ ਜ਼ਰੂਰੀ ਹੈਗੇ। ਜਿੰਨੀਆਂ ਅਪਾਇੰਟਮੈਂਟ ਹੈਗੀਆਂ ਉਹਨਾਂ ਦੇ ਅਪਾਇੰਟਮੈਂਟ ਦੇ ਸਾਈਨ ਜਿਹੜੇ ਉਹਨਾਂ ਨੇ ਗਵਰਨਰ ਨੇ ਕਰਨੇ ਹੀ ਆ। ਜਿਸ ਤਰ੍ਹਾਂ ਜਦੋਂ ਕਿ ਆਪਣੇ ਰਾਸ਼ਟਰਪਤੀ ਲੈਂਦਾ ਚੀਫ ਜਸਟਿਸ ਦਾ ਜਿਹੜਾ ਅਹੁਦਾ, ਉਹਨੂੰ ਸੰਭਾਲਣ ਲਈ ਰਾਸ਼ਟਰਪਤੀ ਦਾ ਜਿਹੜਾ ਅਧਿਕਾਰ ਹੁੰਦਾ, ਉਹ ਸਹੁੰ ਵੀ ਉਹਨਾਂ ਨੂੰ ਉਹ ਖਵਾਉਂਦਾ ਰਾਸ਼ਟਰਪਤੀ, ਉੱਤੇ ਪ੍ਰਧਾਨ ਮੰਤਰੀ ਨਹੀਂ ਹੁੰਦਾ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਸੰਵਿਧਾਨ ਦੇ ਅਕੋਰਡਿੰਗ ਬਣੀਆਂ ਨੇ ਪਰੰਪਰਾ ਜਾਂ ਜਿਹੜੇ ਰੂਲ ਬਣੇ ਆ, ਜੇ ਅਸੀਂ ਉਹਨਾਂ ਨੂੰ ਨਹੀਂ ਫਾਲੋ ਕਰਾਂਗੇ ਤਾਂ ਇਹ 'ਚ ਰੌਲਾ ਤਾਂ ਜ਼ਿਆਦਾ ਰਿਹਾ। ਇਹ 'ਚ ਕੀ ਰੁਕੇਗਾ? ਲੋਕਾਂ ਦੀ ਵਿਕਾਸ ਰੁਕੂਗਾ, ਪੰਜਾਬ ਦਾ ਸਾਰਾ ਸੂਬਾ ਜਿਹੜਾ ਫਿਰ ਢਹਿੰਦੀਆਂ ਕਲਾ ਵਾਲੇ ਪਾਸੇ ਆਊਗਾ। ਇਹਦੇ 'ਚ ਨਾ ਬਲਕਾਰ ਜੀ ਪਰਸਨਲ ਈਗੋ ਆ ਜਾਂਦਾ। ਜਸ ਇਹੀ ਗੱਲ, ਇਹੀ ਮੈਂ ਕਹਿਣ ਲੱਗਾ। ਦੇਖੋ ਨਾ, ਮਸਲੇ ਨੇ, ਲੋਕਾਂ ਨੇ ਤੁਹਾਨੂੰ ਚੁਣ ਕੇ ਬਿਠਾਇਆ, ਆਪਸ ਦੀ ਈਗੋ ਦੇ ਟਕਰਾਅ ਵਾਸਤੇ ਤਾਂ ਨਹੀਂ ਬਿਠਾਇਆ। ਸਹੀ ਗੱਲ। ਲੋਕਾਂ ਨੇ ਆਪਣੇ ਕੰਮ ਕਰਵਾਉਣ ਵਾਸਤੇ ਬਿਠਾਇਆ। ਹੁਣ ਸੀਐਮ ਗਵਰਨਰ ਦੇ ਨਾਲ ਟਕਰਾਅ ਕਰਨ, ਗਵਰਨਰ ਸੀਐਮ ਦੇ ਨਾਲ ਟਕਰਾਅ ਕਰਨ, ਇਹ ਆਪਸ ਟਕਰਾਅ ਚੱਲਦਾ ਰਵੇ ਤੇ ਇੱਥੇ ਪੰਜਾਬ ਦੇ ਲੋਕ ਬਹਿ ਕੇ ਦੇਖੀ ਜਾਣ ਦੋਵਾਂ ਨੂੰ, ਦੋਵਾਂ ਦਾ ਇਹ ਵਤੀਰਾ ਦੇਖੀ ਜਾਣ ਕਿ ਦੋਵੇਂ ਕਰਦੇ ਕੀ ਪਏ ਨੇ। ਮਤਲਬ ਇਹ ਤਾਂ ਗੱਲ ਨਹੀਂ ਨਾ ਬਣੀ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਸ਼ਾਇਦ ਇਹ ਭੁੱਲ ਗਿਆ ਕਿ ਸਾਨੂੰ ਬਣਾਇਆ ਕਿਹਨੇ। ਇਹ ਲੱਗਦਾ ਕਿ ਅਸੀਂ ਆਪ ਹੀ ਇਹਦੇ 'ਚ ਇੰਟਰਵਿਊ ਦੇ ਕੇ ਪਾਸ ਹੋ ਕੇ ਆ ਗਏ, ਬਣਾਇਆ ਤਾਂ ਲੋਕਾਂ ਨੇ। ਮਤਲਬ ਇਹ ਹੈ ਕਿ ਜਿਹੜਾ ਇਹ ਵਤੀਰਾ ਹੈ, ਬਿਹੇਵੀਅਰ ਹੈ, ਜਿਹੜਾ ਇਹ ਆਫੀਸ਼ੀਅਲ ਬਿਹੇਵੀਅਰ ਹੈ, ਔਰ ਇਸ ਲੈਵਲ ਤੇ ਤੁਸੀਂ ਬੈਠੇ ਹੋਏ ਹੋ, ਉਹਦੇ 'ਚ ਮੈਚਿਓਰਿਟੀ ਦਿਖਣੀ ਚਾਹੀਦੀ। ਮੈਚਿਓਰਿਟੀ ਨਹੀਂ ਦਿਖਦੀ ਪਈ। ਇਹ ਕੀ ਹੁੰਦਾ ਕੀ ਪਿਆ? ਸੋ ਇਹ ਰੀਜ਼ਨਸ ਨੇ। ਇਸ ਕਰਕੇ ਜੋ ਪਬਲਿਕ ਧਿਆਨ ਦਿੰਦੀ ਹੈ, ਉਹ ਇਹ ਸੋਚਦੀ ਆ ਕਿ ਜਿਹੜੇ ਸਾਡੇ ਮਸਲੇ ਨੇ ਇਹ ਤੁਸੀਂ ਕਦੋਂ ਹੱਲ ਕਰਨੇ ਨੇ। ਤੁਸੀਂ ਆਪਸ 'ਚ ਈਗੋ ਕਲੈਸ਼ ਹੁੰਦੀ ਰਹੇਗੀ ਤੇ ਕਿੱਦਾਂ ਚੱਲਣਾ ਕੰਮ। ਸੋ ਇਹ ਗੱਲਾਂ ਨੇ। ਉਧਰ ਕੋਈ ਨਾ ਕੋਈ ਸਟੇਟਮੈਂਟ ਆ ਜਾਏਗੀ, ਕੋਈ ਗਵਰਨਰ ਸਾਹਿਬ ਦੇ ਖਿਲਾਫ ਬੋਲਦਾ, ਕੋਈ ਸੀਐਮ ਦੇ ਖਿਲਾਫ ਬੋਲਦਾ। ਮਤਲਬ ਇਹ ਕੀ ਚੱਲਦਾ ਪਿਆ? ਇਹ ਤੁਸੀਂ ਆਪਸ 'ਚ ਹੀ ਲੱਗੇ ਹੋਏ ਹੋ। ਅਸੀਂ ਇੱਥੇ ਤਮਾਸ਼ਾ ਦੇਖਣ ਵਾਸਤੇ ਜਾਂ ਡਰਾਮਾ ਦੇਖਣ ਵਾਸਤੇ ਬੈਠੇ ਹੋਏ ਤੁਹਾਡੇ ਲੋਕਾਂ ਦਾ, ਜਾਂ ਅਸੀਂ ਵਾਕਈ ਇਸ ਗੱਲ ਦਾ ਉਮੀਦ ਲੈ ਕੇ ਬੈਠੇ ਕਿ ਤੁਸੀਂ ਸਾਡੇ ਮਸਲੇ ਹੱਲ ਕਰੋਗੇ, ਵਾਕਈ ਰੰਗਲਾ ਪੰਜਾਬ ਬਣੇਗਾ, ਸਾਡੀਆਂ ਮੁਸੀਬਤਾਂ ਹੱਲ ਹੋਣਗੀਆਂ। ਮਤਲਬ ਇਹ ਟਕਰਾਓ ਜਿਹੜੇ ਨੇ ਨਾ, ਆਫੀਸ਼ੀਅਲ ਟਕਰਾਓ ਜਿਹੜੇ ਨੇ, ਇਹ ਪਬਲਿਕ ਵਾਸਤੇ ਬਹੁਤ ਘਾਤਕ ਸਿੱਧ ਹੁੰਦੇ ਨੇ, ਸੂਬੇ ਵਾਸਤੇ ਘਾਤਕ ਸਿੱਧ ਹੁੰਦੇ ਨੇ। ਔਰ ਇਹਨਾਂ ਗੱਲਾਂ ਨੇ ਆਹ ਦਿਨ ਦਿਖਾਏ ਹੋਏ ਨੇ ਕਿ ਖਜ਼ਾਨੇ ਖਾਲੀ ਨੇ, ਵਿਕਾਸ ਦੇ ਨਾਂ ਤੇ ਕੁਝ ਵੀ ਨਹੀਂ, ਇੰਡਸਟਰੀ ਦੇ ਨਾਂ ਤੇ ਕੁਝ ਵੀ ਨਹੀਂ, ਐਗਰੀਕਲਚਰ ਦਾ ਭੱਠਾ ਬੈਠਿਆ ਹੋਇਆ, ਤੇ ਇਹ ਆਪਸ ਦੀਆਂ ਖਹਿਬਾਜ਼ੀਆਂ, ਆਪਸ ਦੀਆਂ ਈਗੋ ਕਲੈਸ਼ਿਸ, ਇਹ ਸਾਹ ਨਹੀਂ ਲੈਂਦੀਆਂ। ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਮਤਲਬ ਕੀ ਨਹੀਂ ਮੰਨਣਾ? ਤੁਹਾਡੇ ਮੰਨਣ ਨੂੰ ਦੇਖੀਏ ਜਾਂ ਸੂਬੇ ਨੂੰ ਦੇਖੀਏ, ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖੀਏ। ਇੱਥੇ ਨਸ਼ਿਆਂ ਦਾ ਹਾਲ ਦੇਖੋ, ਗੈਂਗਸਟਰਸ ਦੇ ਫੋਨ ਆਉਂਦੇ ਆ, ਔਰ ਜਵਾਨ ਜਿਹੜੇ ਨੇ ਲੋਕ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ। ਜਿਹੜੀ ਵਾਰੀ ਉਹ ਸੀਗੀ ਕਿ ਚੰਡੀਗੜ੍ਹ 에ਅਰਪੋਰਟ ਦਾ ਨਾਂ ਜਦੋਂ ਭਗਤ ਸਿੰਘ ਜੀ ਦੇ ਨਾਂ ਤੇ ਰੱਖਿਆ ਜਾਣਾ, ਔਰ ਉਹਦੇ 'ਤੇ ਸੈਂਟਰ ਤੋਂ ਵੀ ਆ ਰਹੇ ਆ, ਸੀਤਾਰਮਨ ਜੀ ਆ ਰਹੇ ਮੰਤਰੀ, ਵਿੱਤ ਮੰਤਰੀ, ਦੂਸਰੇ ਗਵਰਨਰ ਨੇ ਆਪਣੇ ਇੱਥੋਂ ਪੰਜਾਬ ਦੇ, ਔਰ ਮੁੱਖ ਮੰਤਰੀ ਪੰਜਾਬ, ਇਹ ਬੈਠੇ ਉੱਥੇ ਆ। ਕਿਸੇ ਦਾ ਮੂੰਹ ਦੱਖਣ ਵਾਲਾ, ਕਿਸੇ ਦਾ ਪੱਛਮ ਵਾਲਾ, ਕਿਸੇ ਦਾ ਪੂਰਬ ਵਾਲਾ, ਆਪੋ 'ਚ ਮਿਲੇ ਨਹੀਂ। ਜਦੋਂ ਕਿ ਇੱਕ ਇੰਨੇ ਵੱਡੇ ਸ਼ਹੀਦ ਦੇ ਨਾਂ ਤੇ, ਇੰਨਾ ਵੱਡਾ ਰੁਤਬੇ ਦੇ ਤੌਰ ਤੇ ਉਹ 에ਅਰਪੋਰਟ ਦਾ ਨਾਂ ਰੱਖਿਆ ਜਾ ਰਿਹਾ, ਔਰ ਇਹਨਾਂ ਨੂੰ ਅਦਬ ਸਤਿਕਾਰ ਕਰਨਾ ਚਾਹੀਦਾ। ਪੋਲੀਟੀਕਲ ਲੜਾਈ ਹੋਰ ਹੁੰਦੀ ਆ, ਅਦਬ ਸਤਿਕਾਰ ਜਿਹੜਾ ਹੈਗਾ ਉਹ ਹੋਰ ਹੁੰਦਾ ਮਨ 'ਚ। ਇੱਥੋਂ ਪਤਾ ਲੱਗਦਾ ਕਿ ਉਹਨਾਂ ਦਾ ਭਗਤ ਸਿੰਘ ਜੀ ਬਾਰੇ ਇੰਨਾ ਕੋਈ ਉਹ ਹੈ ਹੀ ਨਹੀਂਗਾ ਕਿ ਜਿੰਨਾ ਇਹ ਲੋਕ ਭਾਸ਼ਣਾਂ 'ਚ ਬੋਲਦੇ। ਨਹੀਂ ਤਾਂ ਉਹਨਾਂ ਨੂੰ ਉਸੇ ਵੇਲੇ ਸੀਸ ਝੁਕਾ ਕੇ ਬਹਿਣਾ ਚਾਹੀਦਾ ਸੀ। ਜੋ ਕੁਝ ਕੀਤਾ ਉਹਨਾਂ ਨੇ, ਚੰਡੀਗੜ੍ਹ ਇਹਨਾਂ ਨੇ ਨਹੀਂ ਬਣਾਇਆ ਜਾਂ ਹਿੰਦੁਸਤਾਨ ਨੂੰ ਇਹਨਾਂ ਨੇ ਨਹੀਂ ਬਣਾਇਆ, ਇਹ ਤਾਂ ਸਿਰਫ ਉਹਨਾਂ ਦੇ ਰਾਜ ਤੇ ਰਾਜ ਕਰ ਰਹੇ ਆ, ਜੋ ਉਹਨਾਂ ਨੇ ਰਾਜ ਸੌਂਪਿਆ ਹੈਗਾ। ਇਹਨਾਂ ਨੂੰ ਕਿੱਦਾਂ ਭੁੱਲ ਗਿਆ ਕਿ ਭਗਤ ਸਿੰਘ ਜੀ ਦੇ ਨਾਂ ਤੇ ਅੱਜ 에ਅਰਪੋਰਟ ਦਾ ਨਾਂ ਰੱਖਿਆ ਜਾ ਰਿਹਾ। ਤਾਂ ਅਸੀਂ ਦੋਵਾਂ ਨੇ ਇੱਕ ਦੂਜੇ ਉਲਟ ਪਾਸੇ ਮੂੰਹ ਕੀਤੇ ਆ। ਉੱਥੇ ਮੀਡੀਆ ਧਿਆਨ ਦੇ ਰਿਹਾ, ਕੈਮਰਾ 'ਤੇ ਸ਼ਾਟ ਆ ਰਿਹਾ, ਦੁਨੀਆ ਵੇਖ ਰਹੀ ਆ, ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੀਡੀਆ ਦੇ ਰਾਹੀਂ ਲੋਕਾਂ ਦੇ ਘਰੋਂ ਘਰ ਜਾ ਰਿਹਾ ਵੀ ਅਸੀਂ ਕੀ ਕਰ ਰਹੇ ਹਾਂ। ਇਹ ਮੀਡੀਆ ਤਾਂ ਅੱਜਕੱਲ 2 ਮਿੰਟ 'ਤੇ ਲੋਕਾਂ ਤੱਕ ਵੀਡੀਓ ਭੇਜ ਦਿੰਦਾ। ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਇੱਕ ਦੂਜੇ ਦੇ ਉਲਟ ਮੂੰਹ ਕੀਤੇ ਹੋਏ, ਬਸ ਇੱਕ ਦੂਜੇ ਤੋਂ ਉਲਟ ਮੂੰਹ ਕਰਕੇ ਬੈਠੇ ਹੋਏ ਨੇ, ਤੇ ਅਸੀਂ ਤੁਹਾਡੇ ਮੂੰਹ ਦੇਖੀ ਜਾਈਏ। ਜਿੱਦਾਂ ਨਿੱਜੀ ਪ੍ਰਾਪਰਟੀ ਹੈ ਸਾਰਾ। ਅਸੀਂ ਤੁਹਾਡੇ ਮੂੰਹ ਥੋੜਾ ਦੇਖਣੇ ਕਿ ਕਿਹਦਾ ਮੂੰਹ ਕਿੱਧਰ ਨੂੰ ਹੈ, ਕਿਹਦਾ ਮੂੰਹ ਕਿੱਧਰ ਨੂੰ ਹੈ। ਸਾਨੂੰ ਤਾਂ ਚੰਗੇ ਲੱਗੋਗੇ ਨਾ ਕਿ ਇੱਕ ਦੂਜੇ ਵੱਲ ਦੇਖੋ
ਤੁਹਾਡੇ ਦੋਵਾਂ ਦੇ ਮੂੰਹ ਇੱਕ ਦੂਜੇ ਵੱਲ ਨੇ ਤੇ ਤੁਹਾਡੇ ਦੋਵਾਂ ਦਾ ਮੂੰਹ ਸਾਡੇ ਸਾਰਿਆਂ ਵੱਲ ਹੈ, ਐਕਚੁਅਲੀ ਪਬਲਿਕ ਵੱਲ ਹੈ। ਦੋਵੇਂ ਰਿਪਰੈਜ਼ੈਂਟ ਕਿਹਨੂੰ ਕਰ ਰਹੇ ਆ? ਪਬਲਿਕ ਨੂੰ, ਲੋਕਾਂ ਨੂੰ ਕਰ ਰਹੇ ਆ। ਗਵਰਨਰ ਸਾਹਿਬ ਵੀ ਉਹਨਾਂ ਨੂੰ ਕਰ ਰਹੇ ਆ, ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ, ਉਹਨਾਂ ਦੇ ਪ੍ਰਤੀਨਿਧ ਨੇ, ਤੇ ਭਗਵੰਤ ਮਾਨ ਜੀ ਵੀ ਉਹਨਾਂ ਨੂੰ ਕਰ ਰਹੇ ਆ। ਤੇ ਜੇ ਆਪਣੀ ਆਪਣੀ ਕੁਰਸੀ ਤੇ ਆਪਣੇ ਮੂੰਹ ਨੂੰ ਸਿੱਧਾ ਰੱਖਣਗੇ ਤਾਂ ਇੱਕ ਦੂਜੇ ਨੂੰ ਕੰਨੀ ਕਤਰਾਉਣਗੇ। ਤੇ ਇਹਦਾ ਨੁਕਸਾਨ ਗੌਰਮੈਂਟ ਦਾ ਨੁਕਸਾਨ ਨਹੀਂ ਗਾ, ਪਬਲਿਕ ਦਾ ਨੁਕਸਾਨ ਹੈ। ਔਰ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦਾ ਨਾਂ ਲੈਂਦੇ ਆ ਉਹਨਾਂ ਦਾ ਨੁਕਸਾਨ ਨਹੀਂ ਗਾ, ਨੁਕਸਾਨ ਇਹਨਾਂ ਦਾ ਫਿਰ ਨਿੱਜੀ ਨੁਕਸਾਨ। ਹੁਣ ਸ਼ਹੀਦਾਂ ਦੀ ਤੁਸੀਂ ਗੱਲ ਕੀਤੀ ਹੈ, ਹਾਂ, ਹੁਣ ਕਿੰਨਾ ਕੁ ਸਨਮਾਨ ਹੁੰਦਾ ਹੈ, ਤੁਸੀਂ ਇਹ ਗੱਲ ਦੇਖੋ। ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਘਰ ਬਿੱਲ ਜ਼ਿਆਦਾ ਆ ਗਿਆ, 18-19 ਹਜ਼ਾਰ ਦੇ ਕਰੀਬ ਕਹਿੰਦੇ ਨੇ ਫਿਗਰ ਆਈ ਹੈ, ਤੇ ਉਸ ਘਰ ਦਾ ਕਨੈਕਸ਼ਨ ਕੱਟ ਦਿੱਤਾ ਹੈ ਸਰਕਾਰ ਨੇ। ਦੱਸ। ਤੇ ਜਦੋਂ ਪਬਲਿਕ ਨੇ ਪ੍ਰੈਸ਼ਰ ਪਾਇਆ, ਪਬਲਿਕ ਨੇ ਗੱਲ ਕੀਤੀ, ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਿਆ ਕਿ ਆਹ ਸਨਮਾਨ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ, ਜਿਹਦੀ ਖਟਕੜ ਕਲਾਂ ਦੇ ਵਿੱਚ ਜਾ ਕੇ ਤੁਸੀਂ ਸਹੁੰ ਚੁੱਕੀ ਤੇ ਉਹਦੇ ਵਰਗੀ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਦਿਖਾਉਂਦੇ ਹੋ ਔਰ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਤੁਰਦੇ ਹਾਂ, ਔਰ ਆਪਣੇ ਪਿੱਛੇ ਭਗਤ ਸਿੰਘ ਜੀ ਦੀ ਤੇ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦੀ ਤੁਸੀਂ ਫੋਟੋ ਲਗਾਉਂਦੇ ਹੋ, ਤੇ ਇਹ ਤੁਸੀਂ ਸਨਮਾਨ ਕਰਦੇ ਹੋ ਪ੍ਰੈਕਟੀਕਲੀ ਕਿ ਤੁਸੀਂ ਉਹਨਾਂ ਦੇ ਘਰ ਦਾ ਕਨੈਕਸ਼ਨ ਕੱਟ ਦਿੱਤਾ। ਸੋ ਇੱਥੇ ਆ ਕੇ ਪਬਲਿਕ ਜਦੋਂ ਘੇੜਦੀ ਹੈ ਫਿਰ ਬਹਾਲ ਕਰਕੇ ਯੂ ਟਰਨ ਮਾਰਦੇ ਨੇ। ਜਿਹੜੀ ਖਬਰ ਆਪਾਂ ਕਰ ਰਹੇ ਹਾਂ ਡਿਸਕਸ, ਇਹ ਬੜੀ ਨਮੋਸ਼ੀ ਵਾਲੀ ਤੇ ਸਿਰ ਝੁਕਾਉਣ ਵਾਲੀ ਗੱਲ ਆ। ਜਦੋਂ ਕਿ ਭਗਤ ਸਿੰਘ ਜੀ ਦੇ ਨਾਂ ਤੇ ਇਹਨਾਂ ਨੇ ਇੰਨਾ ਕੁਝ ਕੀਤਾ ਜਦੋਂ ਸਰਕਾਰ ਆਈ ਹੈ, ਮੌਜੂਦਾ ਸਰਕਾਰ ਆਈ ਹੈ। ਔਰ ਉਦੋਂ ਬਾਅਦ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਇਹ ਆਪਣੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਤੇ ਆਪਣੇ ਜਿਹੜੇ ਇਸ਼ਤਿਹਾਰਬਾਜ਼ੀ ਤੇ ਆਪਣੇ ਲੋਕਾਂ ਤੱਕ ਕੰਧਾਂ ਤੇ ਲਿਖਣ ਤੇ ਉੱਤੇ ਪੈਸਾ ਇਹਨਾਂ 'ਚ ਖਰਚ ਹੋ ਰਿਹਾ। ਤੇ ਕੀ ਗੱਲ ਆ, ਜਿੱਥੇ ਉਹਨਾਂ ਦਾ ਜੱਦੀ ਘਰ ਆ, ਜਿੱਥੇ ਲੋਕ ਵਿਜ਼ਟਰ ਆਉਂਦੇ ਆ, ਲੋਕ ਵੇਖਣ ਆਉਂਦੇ ਆ, ਖਟਕੜ ਕਲਾਂ ਦਾ ਏਰੀਆ 'ਚ ਮਿਊਜ਼ੀਅਮ ਉਹਨਾਂ ਦਾ, ਜੇ ਉੱਥੇ ਬੱਤੀ ਨਹੀਂ ਜਗੂਗੀ ਤਾਂ ਫਿਰ ਇਹਨਾਂ ਨੇ ਕਿੱਥੇ ਜਗਾਉਣੀ ਬੱਤੀ? ਇਹਦਾ ਮਤਲਬ ਫਿਰ ਬੱਤੀ ਪੂਰੇ ਪੰਜਾਬ ਦੀ ਗੁੱਲ ਹੋ ਗਈ। ਔਰ ਜਿਹਦੇ 'ਚ ਕੰਸਰਨਡ ਮੰਤਰੀ ਨੇ ਹਰਭਜਨ ਸਿੰਘ ਈਟੀਓ, ਬਿਜਲੀ ਮੰਤਰੀ ਆ, ਉਹਨਾਂ ਨੂੰ ਖੁਦ ਇਹ ਨਿੱਜੀ ਤੌਰ ਤੇ ਵੇਖਣਾ ਚਾਹੀਦਾ ਸੀਗਾ ਕਿ ਉੱਥੇ ਕੀ ਪ੍ਰੋਬਲਮ ਆ। ਜਿਹਦੇ ਵਿੱਚ ਦੇਖੋ ਇੱਕ ਵਾਰੀ ਇਹ ਵੀ ਰੌਲਾ ਪਾਇਆ ਸੀ ਕਿ ਨਵਜੋਤ ਸਿੱਧੂ ਜੀ ਬਿਜਲੀ ਮੰਤਰੀ ਬਣ ਗਏ ਸੀ, ਬਿਜਲੀ ਮੰਤਰੀ ਬਣ ਗਏ ਸੀ ਤੇ ਇਹਨਾਂ ਨੂੰ ਕਿਹਾ ਗਿਆ ਪਹਿਲਾਂ ਹੈਗਾ ਸੀ ਦੂਸਰੇ ਮੰਤਰੀ ਲੋਕਲ ਸੈਲਫ ਗਵਰਨਮੈਂਟ ਦੇ, ਫਿਰ ਕੈਪਟਨ ਸਰਕਾਰ ਨੇ ਬਦਲ ਕੇ ਇਹਨਾਂ ਨੂੰ ਬਿਜਲੀ ਮੰਤਰੀ ਲਾਤਾ। ਇਹਨਾਂ ਨੇ ਉਸ ਪੋਰਟਫੋਲੀਓ 'ਚ ਜੁਆਇਨ ਨਹੀਂ ਕੀਤਾ, ਪਰ ਇਹਨਾਂ ਦਾ ਆਪਣੇ ਘਰ ਦਾ ਬਿੱਲ ਉਸੇ ਤਰ੍ਹਾਂ ਸੀਗਾ, ਜਿੰਨੇ ਲੱਖ ਸੀਗਾ ਉਹਨੇ ਦਿੱਤਾ ਹੀ ਨਹੀਂਗਾ। ਬੀਇੰਗ ਬਿਜਲੀ ਮੰਤਰੀ ਇਹਨਾਂ ਨੇ ਉਹ ਬਿੱਲ ਅਦਾ ਹੀ ਨਹੀਂ ਕੀਤਾ। ਔਰ ਦੇਖੋ ਇਸ ਵੱਡਮੁੱਲੇ ਸ਼ਹੀਦ ਦੇ ਜਿਹੜੇ ਜੱਦੀ ਘਰ ਦਾ ਜਿਹੜਾ ਬਿੱਲ ਆ, ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਬਾਹਰ ਕੱਢ ਲਿਆ ਜਿਸ ਤਰ੍ਹਾਂ ਸਾਨੂੰ ਪਤਾ ਹੀ ਨਹੀਂਗਾ ਕਿ ਇਹ ਕਿਹੜਾ ਏਰੀਆ ਵਾ ਔਰ ਕਿਹੜੇ ਸ਼ਹੀਦ ਦਾ ਘਰ ਹੈਗਾ। ਔਰ ਇਹਦੇ ਵਿੱਚ ਜਨਤਾ ਵੱਲੋਂ ਤਾਂ ਆਲੋਚਨਾ ਹੋਏਗੀ, ਮੀਡੀਆ ਵੱਲੋਂ ਆਲੋਚਨਾ ਹੋਊਗੀ। ਬਾਹਰਲੇ ਦੇਸ਼ਾਂ 'ਚ ਵੀ ਪ੍ਰਵਾਸੀ ਭਾਰਤੀ ਬੈਠੇ ਇਸ ਗੱਲ ਨੂੰ ਇਸ ਤਰ੍ਹਾਂ ਛਾਲਣਗੇ ਕਿ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ, ਕਿਉਂਕਿ ਜਾਂ ਤਾਂ ਬੜੇ ਇਮਾਨਦਾਰੀ ਵਾਲੀ ਕੰਮ ਕਰ ਰਹੇ ਆ ਜਿਨ੍ਹਾਂ 'ਚ ਇਮਾਨਦਾਰੀ ਸਾਰੀ ਝਲਕ ਰਹੀ ਆ। ਜਦੋਂ ਬਾਕੀ ਕੰਮਾਂ 'ਚ ਤਾਂ ਇਹਨਾਂ ਨੇ ਇੰਨਾ ਕੁਝ ਕਰ ਦਿੱਤਾ ਜਿਹੜਾ ਜਿੱਥੇ ਅੱਗੇ ਗੌਰਮੈਂਟ ਸਾਰੀਆਂ ਉਹਦਾ ਬਿੱਲ ਦਿੰਦੀਆਂ ਰਹੀਆਂ, ਸਾਰਾ ਕੁਝ ਕਰਦੇ ਰਹੀਆਂ, ਉਹਦੇ 'ਚ ਇਹਨਾਂ ਨੂੰ ਬਿੱਲ ਦੇਣ ਦਾ ਕੀ ਫਰਕ ਪੈ ਚੱਲਿਆ ਸੀਗਾ। ਜਿਸ ਤਰ੍ਹਾਂ ਇੱਕ ਵਾਰੀ ਅਬਰਾਏ ਸਾਹਿਬ ਆਏ ਸੀ, ਐਸ ਅਬਰਾਏ ਜੀ ਜਿਹੜੇ ਐਸਪੀ ਸਿੰਘ ਅਬਰਾਏ ਜੀ ਜਿਹੜੇ ਹੈਗੇ ਨੇ ਸਰਬੱਤ ਦਾ ਭਲਾ ਟਰਸਟ ਦੇ ਚੇਅਰਮੈਨ ਆ, ਉਹ ਕਹਿ ਰਹੇ ਸੀ ਕਹਿੰਦੇ ਨੇ ਹਸਪਤਾਲ ਖੋਲ੍ਹਣੇ ਸੀ ਪਿੰਡਾਂ ਦੇ ਵਿੱਚ ਜਾ ਕੇ, ਗੁਰੂ ਘਰ ਦੇ ਵਿੱਚ ਹਸਪਤਾਲ ਖੋਲ੍ਹ ਰਹੇ ਸੀਗੇ ਜਿੱਥੇ ਗੁਰਦੁਆਰਾ ਸਾਹਿਬ ਨੇ, ਜਿੱਥੇ ਲੋਕ ਆਉਂਦੇ ਨੇ, ਯਾਤਰੂ ਆਉਂਦੇ ਨੇ, ਤਾਂ ਅਸੀਂ ਚਾਹੁੰਦੇ ਕਿ ਉੱਥੇ ਸਹੂਲਤ ਦਿੱਤੀ ਜਾਵੇ। ਉਹਦੇ 'ਚ ਇੱਕ ਧਾਰਮਿਕ ਸੰਸਥਾ ਨੇ ਕਹਿ ਦਿੱਤਾ ਕਿ ਇਹਦਾ ਬਿੱਲ ਕੌਣ ਦੇਊਗਾ। ਆਂਦੇ ਇਹ ਕਿ ਜੇ ਅਸੀਂ ਇੰਨਾ ਪੈਸਾ ਲਾ ਰਹੇ ਹਾਂ ਤਾਂ ਧਾਰਮਿਕ ਸੰਸਥਾ ਨੂੰ ਅਸੀਂ ਜਵਾਬ ਦਿੱਤਾ ਕਿ ਅਸੀਂ ਇਹਦਾ ਬਿੱਲ ਵੀ ਅਸੀਂ ਆਪ ਦੇਵਾਂਗੇ। ਵੇਖੋ ਇਹਨਾਂ ਗੱਲਾਂ ਤੋਂ ਵੀ ਪੂਜਾ ਪਾਠ ਦੇ ਪੈਸੇ, ਚੜ੍ਹਾਵੇ ਦੇ ਪੈਸੇ ਕਰ ਲਿਜਾ ਸਕਣਗੇ, ਬਿੱਲ ਦੇ ਪੈਸੇ ਨਹੀਂ ਦੇਣਗੇ। ਇਹਦੇ ਲਈ ਕੌਣ ਬੋਲੂਗਾ? ਮੀਡੀਆ ਬੋਲੂਗਾ, ਇਹਦੇ ਲਈ ਚੈਨਲ ਬੋਲ ਰਹੇ ਆ, ਫਿਰ ਇਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਂਦਾ। ਹੁਣ ਇਹ ਜਿਹੜੀ ਗੱਲ ਲੋਕਾਂ ਦੇ ਨਜ਼ਰ 'ਚ ਆ ਗਈ ਆ, ਔਰ ਇਹਦੇ ਤੋਂ ਪਹਿਲਾਂ ਇੱਕ ਗੌਰਮੈਂਟ ਨੇ, ਜੋ ਸਟੇਟ ਗੌਰਮੈਂਟ ਨੇ, ਇਹਨਾਂ ਦਾ ਪਾਠਕ੍ਰਮ 'ਚ ਲੱਗਿਆ ਸੀ, ਇਹਨਾਂ ਦਾ ਐਸੇ, ਇਹਨਾਂ ਦਾ ਸਿਲੇਬਸ ਸੀਗਾ, ਉਹ ਵੀ ਵਿੱਚੋਂ ਘਟਾ ਦਿੱਤਾ ਉਹਨਾਂ ਨੇ, ਹਟਾ ਹੀ ਦਿੱਤਾ, ਡਿਲੀਟ ਕਰਤਾ, ਬੰਦ ਕਰ ਦਿੱਤਾ। ਔਰ ਉਹ ਬੰਦ ਕਰ ਦਿੱਤਾ ਉਹਨਾਂ ਨੇ ਜਿੱਥੇ ਹੁਣ ਇਹਨਾਂ ਦਾ ਇਹ ਨੈਗੇਟਿਵਿਟੀ ਇੱਥੋਂ ਤੱਕ ਆ ਗਈ ਕਿ ਜਦੋਂ ਸ਼ਹੀਦ ਦੇ ਆਪਣੇ ਘਰ ਦੇ ਵਿੱਚ ਇੰਨਾ ਕੁਝ ਸੀਗਾ, ਉਹਦੇ ਵਿੱਚ ਲੋਕ ਵੇਖਣ ਆਉਂਦੇ ਆ ਤਾਂ ਉੱਥੋਂ ਬਿਜਲੀ ਦਾ ਕੱਟ ਲਾ ਕੇ ਤੇ ਬਿਜਲੀ ਵੀ ਕਨੈਕਸ਼ਨ ਕਰ ਦਿੱਤਾ। ਇਸੇ ਤਰ੍ਹਾਂ ਜਿਹੜਾ ਭਗਤ ਸਿੰਘ ਦੇ ਨਾਲ ਰਾਜਗੁਰੂ ਸੁਖਦੇਵ ਸੀ, ਸੁਖਦੇਵ ਜੀ ਦਾ ਘਰ ਲੁਧਿਆਣੇ ਆ, ਉਹਨਾਂ ਦਾ ਸਮਾਰਕ ਬਣਾਉਣ ਲਈ ਉਹਨਾਂ ਨੇ ਘਰ ਨੂੰ ਉੱਥੇ ਰੱਖਿਆ ਸੀਗਾ। ਆਰਕੀਓਲੋਜੀ ਡਿਪਾਰਟਮੈਂਟ ਨੇ ਉਹਨਾਂ ਨੂੰ ਲਿਆ ਸੀਗਾ ਵੀ ਇਹ ਬਣਾਉਣਾਗਾ, ਉਹਨੂੰ ਵੀ ਤੋੜ ਦਿੱਤਾ, ਉਹਦੇ ਤੱਕ ਕੁਝ ਨਹੀਂ ਬਣਾਇਆ ਅਜੇ ਤੱਕ। ਉਹਦੇ ਜਿਹੜੇ ਘਰ ਵਾਲੇ ਨੇ, ਉਹਦੇ ਖਾਨਦਾਨ ਦੇ ਲੋਕ ਨੇ, ਉਹ ਇਸ ਗੱਲ 'ਤੇ ਨਾਰਾਜ਼ ਹੋ ਗਿਆ ਕਿ ਇਹਦੇ ਵਿੱਚ ਤੁਸੀਂ ਕੀ ਕਰ ਰਹੇ ਜੀ। ਔਰ ਲੁਧਿਆਣੇ ਦੇ ਵਿੱਚ ਉਹਦੇ ਵਿੱਚ ਬਹੁਤ ਵਾਰੀ ਆਇਆ ਅਖਬਾਰਾਂ ਵਿੱਚ। ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਤੱਕ ਜਿਹੜੀਆਂ ਪਹੁੰਚਣਗੀਆਂ, ਇਹਦੇ ਵਿੱਚ ਨਮੋਸ਼ੀ ਕਿ ਇਹਨਾਂ ਦੀ ਸਰਕਾਰ ਦੀ ਨਹੀਂ, ਸਾਰੇ ਲੋਕਾਂ ਦੀ ਵੀ ਹੋਊਗੀ। ਕਿਉਂਕਿ ਜਿਹੜੇ ਲੋਕ ਸ਼ਹੀਦ ਨੂੰ ਪ੍ਰਣਾਮ ਕਰਦੇ ਆ, ਲੋਕ ਉਹਨਾਂ ਦਾ ਸਤਿਕਾਰ ਕਰਦੇ ਆ, ਉਹ ਕਿਉਂ ਨਹੀਂ ਇਹਨਾਂ ਦੇ ਲਈ ਆਲੋਚਨਾ ਕਰਨਗੇ? ਇਹ ਗਲਤ ਗੱਲ। ਸਹੀ ਗੱਲ ਹੈ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ, ਘਰ ਘਰ ਆਉਂਦੇ ਨੇ, ਸਾਨੂੰ ਸੇਵਾ ਦਾ ਮੌਕਾ ਦਿਓ, ਅਸੀਂ ਤੁਹਾਡੀ ਸੇਵਾ ਕਰਨੀ ਹੈ, ਅਸੀਂ ਦੇਸ਼ ਦੀ ਸੇਵਾ ਕਰਨੀ ਹੈ, ਆਹ ਸੇਵਾ ਹੁੰਦੀ ਹੈ, ਇਹਨੂੰ ਸੇਵਾ ਕਹਿੰਦੇ ਨੇ। ਇਹ ਪਤਾ ਨਹੀਂ ਕਿਹਦੀ ਸੇਵਾ ਕਰਦੇ ਨੇ। ਇਹ ਸੇਵਾ ਨਹੀਂ ਕਰਦੇ, ਮੇਵਾ ਲੈਂਦੇ ਵਿੱਚੋਂ, ਪੈਸਾ ਇਕੱਠਾ ਕਰਦੇ, ਸੇਵਾ 'ਚ ਮੇਵਾ, ਉਹ ਪੈਸਾ।
ਸੋ ਬਲਕਾਰ ਜੀ ਜੀ ਹੁਣ ਇਹ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕਰ ਲਈਆਂ। ਆ ਹੁਣ ਜਾਂਦੇ ਜਾਂਦੇ ਇੱਕ ਮਿੱਠੀ ਗੱਲ ਕਰ ਲਈਏ, ਕਿਉਂਕਿ ਦੀਵਾਲੀ ਦਾ ਮੌਕਾ ਹੈ, ਮਿੱਠਾ ਮੂੰਹ ਕਰਵਾ ਕੇ ਚੱਲਦੇ ਹਾਂ। ਕਹਿੰਦੇ ਨੇ ਕਿ ਸੈਂਟਰ ਗਵਰਨਮੈਂਟ ਵੱਲੋਂ, ਕੇਂਦਰ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਮੇਲਾ ਲੱਗ ਰਿਹਾ ਹੈ, ਪਰ ਵਿਰੋਧੀ ਫਿਰ ਕਹਿੰਦੇ ਨੇ ਕਿ ਤੁਸੀਂ ਤਾਂ ਕਿਹਾ ਅਸੀਂ ਕਰੋੜਾਂ ਨੌਕਰੀਆਂ ਦੇਵਾਂਗੇ, ਇੱਥੇ ਹਜ਼ਾਰਾਂ 'ਚ ਹੀ ਕੰਮ ਨਿਪਟਾਉਂਦੇ ਪਏ ਹੋ, ਤੇ ਉਹ ਵੀ ਦੀਵਾਲੀ ਦੇ ਮੌਕੇ ਤੇ। ਇਹ ਕਿਹੜੀ ਗੱਲ ਹੋ ਗਈ? ਹਾਂ, ਇਹ ਗੱਲ ਦਾ ਰੌਲਾ ਤਾਂ ਬੜਾ ਪਿਆ। ਰੋਜ਼ਗਾਰ ਮੇਲਾ ਦਾ ਨਾਂ ਦਿੱਤਾ ਗਿਆ, ਜਿਸ 'ਚ 75 ਕੇਂਦਰ ਨੇ ਜਿਹਦੇ ਵਿੱਚ ਇਹਨਾਂ ਨੇ ਰੋਜ਼ਗਾਰ ਮੁਹੱਈਆ ਕਰਨਾ। ਉਹ ਮੇਲਾ ਲਾਇਆ ਗਿਆ ਜਿਸ 'ਚ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਸੀ ਉਹਨਾਂ ਦੀ, ਔਰ ਉਹਨਾਂ ਦੇ ਵਿੱਚ UPSC ਦੇ ਵੀ ਕੁਝ ਕੈਂਡੀਡੇਟ ਹੈਗੇ ਆ ਨਿਰਧਾਰਤ, ਔਰ ਉਹਦੇ ਵਿੱਚ ਰੇਲਵੇ ਦੀ ਭਰਤੀ ਵੀ ਹੈਗੀ ਆ। ਚੰਗੇ ਸਾਰੇ ਡਿਪਾਰਟਮੈਂਟ ਜਿਹੜੇ ਹੈਗੇ ਉਹਨਾਂ 'ਚ ਇਨਕਲੂਡ ਕੀਤੀ ਇਹਨਾਂ ਨੇ। ਐਲੀਜੀਬਿਲਿਟੀ ਵੀ ਦੇਖ ਰਹੇ ਆ, ਔਰ ਐਲੀਜੀਬਿਲਿਟੀ ਦੇ ਲਿਹਾਜ਼ ਨਾਲ ਇੰਟਰਵਿਊ ਵੀ ਹੈਗੀਆਂ, ਅਪਾਇੰਟਮੈਂਟ ਲੈਟਰ ਵੀ ਦੇ ਰਹੇ ਉਹਨਾਂ ਦੇ ਵਿੱਚ। ਕੁਝ ਲੋਕਾਂ ਨੇ ਤੈਨੂੰ ਬਹੁਤ ਠੀਕ ਤਰੀਕੇ ਦਾ ਕਿਹਾ, ਔਰ 'ਚ 10,000 ਜਿਹੜੀ ਲੋਕ ਨੇ, ਮੁੰਡੇ ਨੇ ਜਿਹੜੇ ਇਹਦੇ 'ਚ ਆ ਰਹੇ ਆ, ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦੇ ਰਹੇ ਆ। ਪਰ ਉਹ 'ਚ ਆਲੋਚਨਾ ਤਾਂ ਤੁਸੀਂ ਦੱਸਿਆ ਹੋ ਰਹੀ ਹੈ, ਆਲੋਚਨਾ ਤਾਂ ਹੁੰਦੀ ਵੀ ਆ, ਕਿਉਂਕਿ ਜਦੋਂ ਪੈਸਾ ਕਿਸੇ ਦੇ ਸਿੱਧਾ ਅਕਾਊਂਟ 'ਚ ਆਉਣਾ, ਉਹ ਵੀ ਪੈਸਾ ਵਿੱਚੋਂ ਨਹੀਂ ਆਉਂਦਾ, ਉਹਦੇ ਵਿੱਚ ਵੀ ਕਈ ਵਾਰੀ ਘੱਟ ਤੋਂ ਘੱਟ ਪੈਸੇ ਆਉਂਦੇ ਆ। ਅਨਾਉਂਸ ਕੁਛ ਹੁੰਦਾ ਤਾਂ ਆਉਂਦੇ ਕਿੰਨੇ ਪੈਸੇ ਹੈਗਾ। ਇਹੀ ਕਿਸਾਨਾਂ ਦੇ ਨਾਲ ਹੋਇਆ, ਜਦੋਂ ਕਿ ਅੰਦੋਲਨ ਸ਼ੁਰੂ ਹੋਇਆ, ਫਿਰ ਮੁਆਵਜ਼ਾ ਦਿੰਦੇ ਉਹ ਕਦੋਂ ਤੱਕ ਕਿੰਨਾ ਘੱਟ ਆਉਂਦਾ। ਪਰ ਹੁਣ ਜਿਹੜੇ ਇਸ ਵੇਲੇ ਨੌਜਵਾਨ ਜਿਹੜੇ ਨੇ ਵਿਚਾਰੇ ਇਸ ਵੇਲੇ ਬੜੇ ਸੰਘਰਸ਼ 'ਚੋਂ ਨਿਕਲ ਰਹੇ ਆ, ਇਸ ਕਰਕੇ ਕਿ ਇੱਕ ਪਾਸੇ ਤਾਂ ਨਸ਼ੇ ਦੀ ਮਾਰੋ ਮਾਰ ਹੋ ਰਹੀ ਹੈ, ਦੂਜੇ ਪਾਸੇ ਵਿਹਲੇ ਮੁੰਡੇ ਬੈਠੇ ਆ, ਨੌਕਰੀ ਹੈ ਨਹੀਂ, ਮਹਿੰਗਾਈ ਜ਼ੋਰਾਂ 'ਤੇ ਹੈਗੇ ਆ, ਮਾਂ ਪਿਓ ਵਿਚਾਰੇ ਇੰਨਾ ਨਹੀਂ ਪੈਸਾ ਦੇ ਸਕਦੇ, ਜਾਂ ਤਾਂ ਕਰਜ਼ਾ ਚੁੱਕ ਕੇ ਬਾਹਰ ਚਲੇ ਜਾਂਦੇ ਆ, ਨੌਕਰੀਆਂ ਇੱਥੇ ਹੈ ਨਹੀਂ। ਪਰ ਆ ਜਿਹੜਾ ਇਹਨਾਂ ਮਸਲਾ ਕੀਤਾ, ਜੇ ਇਸ ਤਰ੍ਹਾਂ ਦਾ ਲਗਾਤਾਰ ਕਰਦੇ ਰਹਿਣ, ਇਸ ਦੇ ਨਾਲ ਤਾਂ ਕੁਝ ਹੋਣਾ ਨਹੀਂ। ਕੇਵਲ ਪੂਰੇ ਹਿੰਦੁਸਤਾਨ 'ਚ 10,000 ਬੇਰੁਜ਼ਗਾਰ ਨਹੀਂ ਹੈਗਾ, 10,000 ਤਾਂ ਤੁਹਾਨੂੰ ਇੱਕ ਜ਼ਿਲ੍ਹੇ 'ਚੋਂ ਮਿਲ ਜੂਗਾ, ਔਰ ਉਹਦੇ 'ਚ ਤਹਿਸੀਲ 'ਚੋਂ ਇੰਨਾ ਮਿਲ ਜਾਂਦਾ। ਇਹ ਮੁੰਡੇ ਇਸ ਵੇਲੇ ਕਿਸੇ ਨੌਕਰੀ 'ਚ ਨਹੀਂ ਲੱਗੇ, ਪਰ ਇਹ ਸਿਰਫ ਇੱਕ ਤਰ੍ਹਾਂ ਦਾ ਜਿਹਨੂੰ ਕਹਿ ਲਈਏ ਅਸੀਂ ਇਸ਼ਤਿਹਾਰਬਾਜ਼ੀ ਵਾਲੀ ਗੱਲ ਆਈ ਵਾਸ਼ ਹੈ ਨਾ, ਆਈ ਵਾਸ਼ ਵਾਲੀ। ਉਹਦੇ 'ਚ ਇਹੀ ਗੱਲ ਹੈ ਕਿ ਆਈ ਆਖੇ 'ਚ ਦਾਰੂ ਪਾ ਦਿਓ। ਹਾਂ, ਉਹਦੇ 'ਚ ਹੁਣ ਇਹ ਜਿੰਨੇ ਕੁ ਬੱਚਿਆਂ ਨੂੰ ਪਤਾ, ਜਿਸ ਤਰ੍ਹਾਂ ਦੇ ਕਿਸੇ ਮੋਬਾਈਲ ਵੰਡਣੇ ਕਾਂਗਰਸ ਨੇ ਕਿਹਾ ਸੀ ਕਿ ਅਸੀਂ ਮੋਬਾਈਲ ਦੇਵਾਂਗੇ, ਉਹ ਬੱਚਿਆਂ ਨੂੰ ਮੋਬਾਈਲ ਪੂਰੇ ਨਹੀਂ ਦਿੱਤੇ ਗਏ। ਜਦੋਂ ਆਨਲਾਈਨ ਸਟੱਡੀ ਸ਼ੁਰੂ ਹੋ ਗਈ, ਕਈ ਬੱਚੇ ਵਿਚਾਰੇ ਜੋਬ ਆਪਣੀ ਪੜ੍ਹਾਈ ਛੱਡ ਗਏ, ਕਿਉਂਕਿ ਆਨਲਾਈਨ ਹਰ ਬੱਚੇ ਕੋ ਮੋਬਾਈਲ ਲੈਣਾ ਔਖਾ। ਲੈਪਟਾਪ ਕਿੱਥੋਂ ਆਵੇ, ਸਮਾਰਟਫੋਨ ਕਿੱਥੋਂ ਆਵੇ? ਪਿਓ ਦਿਹਾੜੀ ਕਰਦਾ ਹੈ, 300 ਰੁਪਇਆ ਦਿਹਾੜੀ ਹੈ, ਤੇ ਸਮਾਰਟਫੋਨ ਕਿੱਥੋਂ ਆਏਗਾ ਉਹਦੇ ਕੋਲ ਆਨਲਾਈਨ ਪੜ੍ਹਨ ਵਾਸਤੇ? ਉਹ 20,000 ਤੋਂ ਘੱਟ ਨਹੀਂ ਹੈਗਾ। ਸੋ ਇਹ ਸਭ ਗੱਲਾਂ ਨੇ, ਇਹ ਪ੍ਰੈਕਟੀਕਲ ਗੱਲਾਂ ਨਹੀਂ ਹੈਗੀਆਂ। ਹਮੇਸ਼ਾ ਹਵਾ ਦੇ ਵਿੱਚ ਗੱਲਾਂ ਕਰਦੇ ਨੇ ਜਿਹੜੀਆਂ ਪ੍ਰੈਕਟੀਕਲ ਹੁੰਦੀਆਂ ਨਹੀਂ ਹੈਗੀਆਂ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਇਹ ਆਮ ਲੋਕਾਂ ਵਾਸਤੇ ਬਹੁਤ ਦੁਖਦਾਈ ਨੇ। ਔਰ ਇਸੇ ਤਰ੍ਹਾਂ ਭਾਰਤ ਪਿਛੜਦਾ ਪਿਆ, ਜਿਹੜਾ ਅਸੀਂ ਕਹਿੰਦੇ ਹਾਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਬਹੁਤ ਗੱਲਾਂ ਕਰਦੇ ਹਾਂ, ਉਹ ਕਿੱਦਾਂ ਬਣੇਗਾ? ਉਹ ਬਣਨਾ ਕਿਤੇ ਵਿਖਾਈ ਨਹੀਂ ਦੇ ਰਿਹਾ। ਸਿਰਫ ਗੱਲਾਂ ਨਾਲ ਥੋੜ੍ਹਾ ਕੰਮ ਚੱਲੂਗਾ। ਵੈਸੇ ਮੇਲਾ ਨਹੀਂ ਲਾਉਣਾ ਚਾਹੀਦਾ, ਰੁਜ਼ਗਾਰ ਮੇਲਾ ਨਹੀਂ ਹੁੰਦਾ। ਰੁਜ਼ਗਾਰ ਜਿਹੜਾ ਇੰਪਲੋਇਮੈਂਟ ਐਕਸਚੇਂਜ ਆ, ਅੱਗੇ ਪਹਿਲਾਂ ਉਹਦੇ 'ਚ ਨਾਮਜ਼ਦ ਹੁੰਦੇ ਸੀ, ਉਹਦੇ ਰਾਹੀਂ ਲੈਂਦੇ ਸੀ। ਈਵੈਂਟ ਕ੍ਰੀਏਟ ਕਰਨਾ ਹੈ, ਹਾਂ, ਦਿਖਾਣਾ ਲੋਕਾਂ ਨੂੰ। ਅਸੀਂ ਤਾਂ ਨਿੱਕੀਆਂ ਗੱਲਾਂ ਦੇ ਈਵੈਂਟ ਬਣਾ ਲਏ ਨੇ। ਅੱਜ ਮੇਰਾ ਜਨਮ ਦਿਨ ਹੈ, ਫੇਸਬੁੱਕ ਦੇ ਉੱਤੇ ਇਸ਼ਤਿਹਾਰ ਦੇ ਦਿਓ, ਇਸ਼ਤਿਹਾਰ ਹੀ ਹੋਇਆ ਉਹ। ਅੱਜ ਮੇਰਾ ਜਨਮ ਦਿਨ ਹੈ, ਦੱਸੋ ਫਿਰ ਲੋਕੀ ਕੀ ਕਰਨ? ਲੋਕ ਵਿਖਾਵਾ, ਲੋਕਾਂ ਨੂੰ ਕਹਿਣਾ ਇਹਨਾਂ ਨੇ ਕਿ ਅਸੀਂ ਇੰਨਾ ਕੰਮ ਕਰ ਰਹੇ ਹਾਂ, ਮੀਡੀਆ ਤੇ ਆ ਜਾਏ, ਤਮਾਸ਼ਾ ਚੱਲਦਾ, ਫੇਸਬੁੱਕ ਤੇ ਆ ਜਾਏ, ਤੇ ਕਰਨਾ ਕੁੱਖ ਨਹੀਂ ਗਾ। ਉਹ ਕਹਿੰਦੇ ਨੇ ਵੀ ਉਹੀ ਡੱਕਾ ਦੋਰਾ ਕਰਨਾ ਨਹੀਂ ਗਾ, ਕੰਮ ਪੂਰਾ ਹੋਣਾ ਕੋਈ ਨਹੀਂ ਹੈਗਾ। ਤੇ ਇਹਦੇ ਕਰਕੇ ਜਿਹੜੇ ਯੂਥ ਆ, ਉਹ ਇਸੇ ਕਰਕੇ ਫਿਰ ਕਈ ਵਾਰ ਨਹੀਂ ਆਪਣੇ ਤਰ੍ਹਾਂ ਦੇ ਤਰੀਕੇ ਨਾਲ ਕਰ ਰਹੇ ਆ। ਇਸੇ ਕਰਕੇ ਗੈਂਗਵਾਦ ਵੱਧ ਗਿਆ, ਇਸੇ ਕਰਕੇ ਮੁੰਡੇ ਦੂਜੇ ਪਾਸੇ ਆ ਗਏ, ਨਸ਼ਿਆਂ 'ਚ ਆ ਗਏ, ਕਿਉਂਕਿ ਸੰਤੁਸ਼ਟੀ ਨਹੀਂ, ਅੰਦਰ ਖੋਖਲਾਪਨ। ਨੌਜਵਾਨ ਨੂੰ ਸੰਭਾਲਣਾ ਔਖਾ। ਦਿਨ ਰਾਤ ਸਾਡੇ ਸਾਹਮਣੇ ਤਮਾਸ਼ਾ ਚੱਲਦਾ ਪਿਆ, ਔਰ ਇਹਦਾ ਕੋਈ ਰਿਜ਼ਲਟ ਨਿਕਲੇਗਾ ਐਸੀ ਕੋਈ ਉਮੀਦ ਦਿਖਦੀ ਨਹੀਂ। ਕਿਉਂਕਿ ਉਦੋਂ ਤੱਕ ਨਹੀਂ ਦਿਖੇਗੀ ਜਦੋਂ ਤੱਕ ਵਾਕਈ ਤੁਸੀਂ ਇੱਕ ਸਾਫ਼ ਨੀਅਤ ਦੇ ਨਾਲ ਪੁਖਤਾ ਕੰਮ, ਸੋਲਿਡ ਕੰਮ ਨਹੀਂ ਕਰਦੇ, ਜਿਹਦੇ ਵਾਕਈ ਨਤੀਜੇ ਨਿਕਲਣ ਜੋ ਸਭ ਦੇ ਫਾਇਦੇ ਵਾਸਤੇ ਹੋਵੇ। ਇਹ ਨਹੀਂ ਕਿ ਤੁਸੀਂ ਆਪਣੇ ਸਿਆਸੀ ਫਾਇਦੇ ਵਾਸਤੇ ਇੱਕ ਤਮਾਸ਼ਾ ਕਰਦੇ ਹੋ, ਈਵੈਂਟ ਕ੍ਰੀਏਟ ਕਰਦੇ ਹੋ, ਲੋਕਾਂ 'ਚ ਪਬਲਿਕ ਵਿੱਚ ਪਬਲਿਸਿਟੀ ਕਰਨ ਵਾਸਤੇ ਕਿ ਸਾਨੂੰ ਵੋਟਾਂ ਦੇਈ ਜਾਈਓ, ਦੇਖਿਓ ਅਸੀਂ ਇਹ ਕੰਮ ਕਰਕੇ ਦਿਖਾਤਾ। ਇਹ ਨਹੀਂ ਹੋਣਾ ਚਾਹੀਦਾ। ਵਾਕਈ ਜਿਹਦੇ ਘਰ ਚੁੱਲ੍ਹਾ ਨਹੀਂ ਜਗਦਾ ਪਿਆ, ਜਿਹਦੇ ਘਰ ਰੋਟੀ ਨਹੀਂ ਬਣਦੀ ਪਈ, ਉਹਦੀ ਗੱਲ ਹੋਣੀ ਚਾਹੀਦੀ ਹੈ ਕਿ 105ਵੇਂ ਪਤਾ ਨਹੀਂ 107ਵੇਂ ਨੰਬਰ ਤੇ ਅਸੀਂ ਆ ਗਏ ਹਾਂ, 107ਵੇਂ ਨੰਬਰ ਤੇ ਹੰਗਰ ਇੰਡੈਕਸ ਦੇ ਵਿੱਚ। ਔਰ ਦੂਜੇ ਪਾਸੇ ਅਸੀਂ ਇਦਾਂ ਦੀਆਂ ਸਟੇਟਮੈਂਟਸ ਦਿੰਦੇ ਹਾਂ ਇਕਨੋਮੀ ਨੂੰ ਲੈ ਕੇ। ਮੈਨੂੰ ਤਾਂ ਲੱਗਦਾ ਕਿ ਮੁੱਦਾ ਇਹ ਨਹੀਂ ਹੈਗਾ ਕਿ ਤੁਹਾਡੇ ਘਰ ਰੋਟੀ ਕਿਉਂ ਨਹੀਂ ਪੱਕੀ, ਮੁੱਦਾ ਇਹ ਹੈ ਕਿ ਤੁਹਾਨੂੰ ਭੁੱਖ ਕਿਉਂ ਲੱਗੀ ਹੈ। ਮੁੱਦਾ ਇਹੀ ਹੈ। ਪਰ ਇਹਦੇ 'ਚ ਇਹ ਹੈਗਾ ਕਿ ਜੇ ਕੱਲ੍ਹ ਨੂੰ ਪਰਸੋਂ ਨੂੰ ਤੁਸੀਂ ਚਾਹੁੰਦੇ ਜੀ ਕੁਝ ਰੱਦੋ ਬਦਲ ਜਾਂ ਚਾਹੁੰਦੇ ਜੀ ਕਿ ਇਹਦੇ ਵਿੱਚ ਬੜਾ ਨਵਾਂ ਤਰੀਕੇ ਦੀ ਸਰਕਾਰਾਂ ਆ ਜਾਣਗੀਆਂ, ਨਵਾਂ ਮੂੰਹ ਮਹਾਂਦਰਾ ਬਣ ਜਾਊਗਾ, ਪਰ ਨੁਮਾਇੰਦੇ ਤੁਹਾਡੇ ਇੱਥੋਂ ਹੀ ਆ, ਨੇਤਾ ਤੁਹਾਡੇ ਇੱਥੋਂ ਹੀ ਆਉਣੇ ਆ, ਇਹੀ ਸਾਰੇ ਆਉਣੇ, ਇਹੀ ਵੋਟਾਂ ਨਾਲ ਤੁਸੀਂ ਫਿਰ ਦੁਬਾਰਾ ਆਉਣਗੇ, ਇਹੀ ਪ੍ਰਧਾਨ ਮੰਤਰੀ ਬਣਨਗੇ, ਇਹੀ ਮੁੱਖ ਮੰਤਰੀ ਬਣਨਗੇ, ਫਿਰ ਉੱਥੇ ਦਾ ਉੱਥੇ ਪਰਨਾਲਾ ਰਹੇਗਾ। ਸਾਰਾ ਕੁਝ ਡਿਸਕਸ ਕਰਨ ਤੋਂ ਬਾਅਦ ਇਹੀ ਰਿਹਾ ਤੇ ਫਿਰ ਕੁਝ ਨਹੀਂ ਹੋਣ ਵਾਲਾ। ਜੇ ਨਵੇਂ ਰਿਜ਼ਲਟ ਚਾਹੁੰਦੇ ਹੋ ਤਾਂ ਫਿਰ ਨਵੇਂ
ਤਰੀਕੇ ਨਾਲ ਕੰਮ ਕਰਨਾ ਪਊਗਾ, ਨਵੇਂ ਤਰੀਕੇ ਨਾਲ ਸਰਕਾਰ ਚਲਾਉਣੀ ਪਊਗੀ, ਨਵੇਂ ਤਰੀਕੇ ਨਾਲ ਰਾਜਨੀਤੀ ਕਰਨੀ ਪਊਗੀ। ਜੇ ਨਵੇਂ ਤਰੀਕੇ ਅਪਣਾਓਗੇ ਤਾਂ ਹੀ ਨਵੇਂ ਰਿਜ਼ਲਟ ਆਉਣਗੇ, ਪੁਰਾਣੇ ਤਰੀਕੇ ਨਾਲ ਤੇ ਪੁਰਾਣੇ ਰਿਜ਼ਲਟ ਆਉਣੇ ਨੇ। ਸੋ ਵਧਾਈ ਦਈਏ? ਹਾਂ ਜੀ, ਬਿਲਕੁਲ, ਜ਼ਰੂਰ। ਤੁਸੀਂ ਵਧਾਈ ਦਿਓ, ਤੁਸੀਂ ਸੀਨੀਅਰ ਹੋ। ਹਾਂ, ਨਹੀਂ ਸੀਨੀਅਰ ਤਾਂ ਤੁਸੀਂ, ਜੇ ਮੈਂ ਤਾਂ ਅੱਗੇ ਦੇ ਚੁੱਕਿਆ ਕਿ ਸਾਰੇ ਦਰਸ਼ਕਾਂ ਨੂੰ ਇਹ ਅਸੀਂ ਦੀਵਾਲੀ ਦੇ ਤਿਉਹਾਰ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਰਹੇ ਹਾਂ। ਔਰ ਇਹ ਤਿਉਹਾਰ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਔਰ ਪ੍ਰਵਾਸੀ ਭਾਰਤੀ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਆ। ਅਮਰੀਕਾ ਵਿੱਚ ਵੀ ਇਹਦੀਆਂ ਬਹੁਤ ਖੂਬ ਤਿਆਰੀਆਂ ਹੋਈਆਂ ਨੇ ਔਰ ਸਾਰੇ ਘਰ ਸਜੇ ਨੇ, ਸਵਾਰੇ ਨੇ ਔਰ ਦੀਪਮਾਲਾ ਹੋ ਰਹੀ ਆ ਔਰ ਚਾਰੇ ਪਾਸੇ ਲਾਈਟਾਂ ਜਗਮਗਾ ਰਹੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਮਠਿਆਈਆਂ ਵੀ ਖਾਓ, ਮੂੰਹ ਮਿੱਠੇ ਵੀ ਕਰੋ ਔਰ ਹੱਸੋ, ਗਾਓ, ਨੱਚੋ ਤੇ ਭੰਗੜੇ ਪਾਓ ਤੇ ਖੁਸ਼ੀ ਮਨਾਓ ਦੀਵਾਲੀ ਦੇ ਇਸ ਮੁਬਾਰਕ ਮੌਕੇ ਤੇ। ਇੱਕ ਦਿਨ ਵਾਸਤੇ ਨਾ ਮਠਿਆਈ ਖਾ ਲਈਓ, ਪਰ ਡਾਕਟਰ ਨੂੰ ਪੁੱਛ ਲਈਓ। ਪਰ ਜਿਹੜਾ ਇਹ ਕਹਿਣਾ ਨਾ ਯੂ نو ਕੈਲਰੀਜ਼ ਬਹੁਤ ਹੁੰਦੀਆਂ ਨੇ, ਯੂ نو ਆਹ ਵਾਲੀ ਗੱਲ ਛੱਡ ਦਿਓ, ਇੱਕ ਦਿਨ ਖਾ ਲਿਆ ਕਰੋ। ਚਲੋ, ਇੱਕ ਦਿਨ ਤਿਉਹਾਰ ਦਾ ਦੇਣਾ, ਕੁਝ ਨਹੀਂ ਹੁੰਦਾ, ਖੁਸ਼ੀਆਂ ਮਨਾਓ। ਸੋ ਖੁਸ਼ੀਆਂ ਮਨਾਓ ਤੇ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।